ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਸੋ ਬ੍ਰਾਹਮਣ ਕਹੀਐ। ਜੇ ਆਨ ਦਿਨ ਹਰ ਲਿਵ ਲਾਈ। ਸਤਿਗੁਰ ਪੁੱਛੈ ਸਚ ਸੰਜਮ ਕਮਾਵੈ। ਹਉ ਮੈਂ ਰੋਗ ਤਿਸ ਜਾਈ। ਬ੍ਰਹਮ ਬਿੰਦੈ ਸੋ ਬ੍ਰਾਹਮਣ ਕਹੀਐ। ਜੇ ਆਨ ਦਿਨ ਹਰ ਲਿਵ ਲਾਈ। ਸਤਿਗੁਰ ਪੁੱਛੈ ਸਚ ਸੰਜਮ ਕਮਾਵੈ। ਹਉ ਮੈਂ ਰੋਗ ਤਿਸ ਜਾਈ। ਹਰ ਗੁਣ ਗਾਵੇ ਗੁਣ ਸੰਗ੍ਰਹਿ। ਜੋਤੀ ਜੋਤ ਮਿਲਾਈ। ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ। ਜੇ ਹਉ ਮੈਂ ਮੇਟ ਸਮਾਏ। ਨਾਨਕ ਤਿਸਨੂੰ ਮਿਲਿਆ ਸਦਾ ਸੁਖ ਪਾਈਐ। ਜੇ ਆਨ ਦਿਨ ਹਰ ਨਾਮ ਧਿਆਏ। ਮਹੱਲਾ ਤੀਜਾ। ਅੰਤਰ ਕਪਟ ਮਨ ਮੁਖ ਅਗਿਆਨੀ। ਰਸਨਾ ਝੂਠ ਬੋਲਾਏ। ਕਪਟ ਕੀਤੈ ਹਰ ਪੁਰਖ ਨ ਭੀਜੈ। ਨਿਤ ਵੇਖੈ ਸੁਣੈ ਸੁਭਾਏ। ਦੂਜੈ ਭਾਏ ਜਾਏ ਜਗ ਪਰ ਬੋਧੈ। ਬਿਖ ਮਾਇਆ ਮੋਹ ਸੁਆਏ। ਇਤ ਕਮਾਣੈ ਸਦਾ ਦੁਖ ਪਾਵੈ। ਜੰਮੈ ਮਰੈ ਫਿਰ ਆਵੈ ਜਾਏ। ਸਹਸਾ ਮੂਲ ਨ ਚੁਕਈ। ਵਿੱਚ ਵਿਸ਼ਟਾ ਪਚੈ ਪਚਾਏ। ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ। ਤਿਸ ਗੁਰ ਕੀ ਸਿੱਖ ਸੁਣਾਏ। ਹਰ ਨਾਮ ਧਿਆਵੈ ਹਰ ਨਾਮੋ ਗਾਵੈ।
ਹਰ ਨਾਮੋ ਅੰਤ ਛਡਾਏ, ਪੌੜੀ ਜਿਨ੍ਹਾਂ ਹੁਕਮ ਮਨਾਇਓਨ, ਤੇ ਪੂਰੇ ਸੰਸਾਰ। ਸਾਹਿਬ ਸੇਵਨ ਆਪਣਾ, ਪੂਰੇ ਸ਼ਬਦ ਵਿਚਾਰ। ਹਰ ਕੀ ਸੇਵਾ ਚਾਕਰੀ, ਸੱਚੇ ਸ਼ਬਦ ਪਿਆਰ। ਹਰ ਕਾ ਮਹਿਲ ਤਿਨੀ ਪਾਇਆ, ਜਿਨ ਹਉਮੈ ਵਿੱਚੋਂ ਮਾਰ। ਨਾਨਕ ਗੁਰਮੁਖ ਮਿਲ ਰਹੇ, ਜਪ ਹਰ ਨਾਮ ਉਰ ਧਾਰ। ਹਰ ਕਾ ਮਹਿਲ ਤਿਨੀ ਪਾਇਆ, ਜਿਨ ਹਉਮੈ ਵਿੱਚੋਂ ਮਾਰ। ਨਾਨਕ ਗੁਰਮੁਖ ਮਿਲ ਰਹੇ, ਜਪ ਹਰ ਨਾਮ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਸੋ ਬ੍ਰਾਹਮਣ ਕਹੀਐ, ਜੇ ਆਨੰਦੇ ਨ ਹਰ ਲਿਵ ਲਾਏ। ਸਤਿਗੁਰ ਪੁੱਛੈ ਸਚ ਸੰਜਮ ਕਮਾਵੈ, ਹਉਮੈ ਰੋਗ ਤਿਸ ਜਾਏ। ਗੌੜੀ ਕੀ ਵਾਰ ਕੀ, ਗੂਜਰੀ ਕੀ ਵਾਰ ਕੀ, ਪੌੜੀ ਦਸਵੀਂ। ਸ਼ਲੋਕਾਂ ਸਮੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅੱਜ ਦੇ ਪਾਵਨ ਪਵਿੱਤਰ ਮਹਾਫਰਮਾਨ, ਅੱਜ ਦੇ ਹੁਕਮਨਾਮਾ ਸਾਹਿਬ ਜੀ ਜੋ ਆਪਾਂ ਸਰਵਣ ਕੀਤੇ ਨੇ। ਪਾਤਸ਼ਾਹ ਕਿਰਪਾ ਕਰਨ ਸਤਿਗੁਰ ਤਰੁੱਠੇ ਹੋਣ। ਸਤਿਗੁਰਾਂ ਜੀ ਦੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਉੱਤੇ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਅੱਜ ਦਾ ਪਾਵਨ ਪਵਿੱਤਰ ਮਹਾਫਰਮਾਨ ਪਾਤਸ਼ਾਹ ਤੀਜੇ ਸਤਿਗੁਰੂ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਇਆ ਹੈ। ਸਤਿਗੁਰਾਂ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਏ ਅੱਜ ਦੇ ਹੁਕਮਨਾਮਾ ਸਾਹਿਬ ਜੀ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ੁਭ ਅੰਗ ਨੰਬਰ 512 ਉੱਪਰ ਸੁਭਾਇਮਾਨ ਹੋਇਆ ਦੇਖਦੇ ਹਾਂ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਉਹ ਬ੍ਰਹਮ ਤੋਂ ਕੀਤੀ ਹੈ, ਔਰ ਜਿਹੜੀ ਗੱਲ ਸਮਝਾਈ ਹੈ ਉਹ ਬੜੀ ਸਪਸ਼ਟ ਔਰ ਬਿਲਕੁਲ ਸਾਫ਼ ਔਰ ਬਿਲਕੁਲ ਸਿੱਧੀ ਹੈ। ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਆਪਾਂ ਗੁਰਮੁਖ ਕਹਿੰਦੇ ਹਾਂ, ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਆਪਾਂ ਮਨਮੁਖ ਕਹਿੰਦੇ ਹਾਂ। ਮਨਮੁਖ ਮਨ ਦੀ ਅਵਸਥਾ ਹੈ ਔਰ ਗੁਰਮੁਖ ਵੀ ਮਨ ਦੀ ਹੀ ਅਵਸਥਾ ਹੈ। ਪਰ
ਕੁਝ ਲੋਕ ਜ਼ਾਹਿਰ ਤੌਰ ਪਰ ਹਉਮੈ ਦੇ ਵਿੱਚ ਆਪਣੇ ਆਪ ਨੂੰ ਜਾਤ ਵੰਡ ਦੇ ਭਰਮ ਦੇ ਰਾਹੀਂ ਵਡੇਰਾ ਸਦਵਾਉਂਦੇ ਨੇ, ਉੱਚਾ ਦੱਸਦੇ ਨੇ, ਕਿਉਂਕਿ ਇਹ ਕਰਮ ਅੱਜ ਵੀ ਜਾਰੀ ਹੈ। ਭਾਵੇਂ ਮਨੁੱਖ ਸੁੱਤੇ ਸਿੱਧੀ ਹੋਵੇ, ਜਿਹੜੇ ਮਨੁੱਖ ਆਪਣੀਆਂ ਛਾਤੀਆਂ ਦੇ ਉੱਤੇ ਹੱਥ ਮਾਰ ਮਾਰ ਕੇ, ਹੱਥ ਠੋਕ ਠੋਕ ਕੇ ਕਹਿੰਦੇ ਨੇ ਫਲਾਣੇ ਦੇ ਪੁੱਤ ਹਾਂ ਜਾਂ ਫਲਾਣੀ ਹਾਂ, ਅਸਲ ਦੇ ਵਿੱਚ ਉਹ ਬ੍ਰਾਹਮਣਵਾਦ ਹੀ ਹੈ, ਜਾਤ ਦਾ ਗਰਭ। ਕਿਉਂਕਿ ਬ੍ਰਾਹਮਣ ਦੇ ਕੋਲ ਹੋਰ ਕੁਝ ਨਹੀਂ, ਸਿਰਫ ਇੱਕ ਜਾਤ ਦਾ ਗਰਭ ਸੀ, ਅਭਿਮਾਨ ਸੀ। ਇਸੇ ਕਰਕੇ ਸਤਿਗੁਰ ਨੇ ਕਿਹਾ ਕਿ ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਵਿਦੇਸੋ ਬ੍ਰਾਹਮਣ ਹੋਈ। ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚਲੇ ਬਹੁਤ ਬੇਕਾਰਾ। ਕਿਉਂਕਿ ਮਨੁੱਖ ਜਿੰਨੀ ਦੇਰ ਤੱਕ ਮਨ ਦੇ ਅੰਦਰ ਕਿਸੇ ਵੀ ਕਿਸਮ ਦਾ ਉਹ ਗਰਭ ਰੱਖੇਗਾ ਜਿਹੜਾ ਉਸ ਨੂੰ ਜਾਂ ਉਸ ਦੀ ਹਉਮੈ ਨੂੰ ਵਧਾਏਗਾ, ਐਸਾ ਮਨੁੱਖ ਸਤਿਗੁਰ ਦੀ ਦਰਗਾਹ ਦੇ ਵਿੱਚ ਕਦੀ ਵੀ ਪ੍ਰਵਾਨ ਨਹੀਂ ਹੋਏਗਾ। ਐਸਾ ਗੁਰੂ ਦਾ ਬਚਨ ਹੈ। ਤੋ ਸਤਿਗੁਰਾਂ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਉਹ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ, ਜੇ ਅਨਦਿਨ ਹਰ ਲਿਵਲਾਏ। ਇਸ ਦਾ ਮਤਲਬ ਇਹ ਹੈ, ਜਿਵੇਂ ਕਿ ਆਪਾਂ ਅੰਗਰੇਜ਼ੀ ਦੇ ਵਿੱਚ ਵੀ ਕਿਹਾ ਸੀ ਕਿ ਸਤਿਗੁਰੂ ਜੀ ਨੇ ਡੈਫੀਨੇਸ਼ਨ ਦਿੱਤੀ ਹੈ, ਬ੍ਰਾਹਮਣ ਕੌਣ ਹੈ। ਔਰ ਗੁਰਮੁਖ ਕੌਣ ਹੈ, ਔਰ ਮਨਮੁਖ ਕੌਣ ਹੈ। ਕਿਉਂਕਿ ਜ਼ਾਹਿਰ ਤੌਰ ਉੱਪਰ ਗੱਲ ਨੂੰ ਸਮਝਾਉਣ ਦੇ ਲਈ ਸਤਿਗੁਰ ਨੇ ਗੱਲ ਕੀਤੀ ਹੈ, ਕਿਉਂਕਿ ਗੁਰਮਤਿ ਦੇ ਵਿੱਚ ਸਤਿਗੁਰ ਨੇ ਅਨੇਕਾਂ ਹੀ ਉਹਨਾਂ ਸ਼ਬਦਾਂ ਦੀ ਕਲੀਅਰ ਡੈਫੀਨੇਸ਼ਨ ਗੁਰਮਤਿ ਦੇ ਮੁਤਾਬਕ ਅਕਾਲ ਪੁਰਖ ਦੇ ਨਾਮ ਨੂੰ ਜਪਣ ਦੇ ਅਨੁਕੂਲ ਦਿੱਤੀ ਹੈ, ਜਿਸ ਦੇ ਰਾਹੀਂ ਮਨੁੱਖ ਮਨਮੁਖ ਹੁੰਦਾ ਜਾ ਰਿਹਾ ਸੀ। ਅਸਲ ਦੇ ਵਿੱਚ ਆਪਾਂ ਮਨਮੁਖ ਔਰ ਗੁਰਮੁਖ ਦੀਆਂ ਇਹਨਾਂ ਕਿਰਿਆਵਾਂ ਨੂੰ ਸਿੱਖੀ ਦੇ ਵਿੱਚ ਹੀ ਲੈਂਦੇ ਹਾਂ, ਪਰ ਮਨਮੁਖ ਜਿਹੜਾ ਹੈ ਉਸ ਦਾ ਭਾਵ ਸਿੱਧਾ ਔਰ ਬੜਾ ਸਪਸ਼ਟ ਹੈ ਕਿ ਜਿਹੜਾ ਮਨੁੱਖ ਮਨ ਕਰਕੇ ਰੱਬ ਦੇ ਨਾਲ ਨਹੀਂ ਬਲਕਿ ਆਪਣੇ ਮਨ ਦੇ ਨਾਲ ਜੁੜਿਆ ਹੈ, ਮਨ ਦੀ ਹੀ ਗੱਲ ਮੰਨਦਾ ਹੈ। ਜਿਵੇਂ ਆਮ ਜ਼ਿੰਦਗੀ ਦੇ ਵਿੱਚ ਆਪ ਦੇਖੋਗੇ ਕਿ ਕੁਝ ਲੋਕ ਕਹਿੰਦੇ ਨੇ ਕਿ ਅਸੀਂ ਤਾਂ ਮਨ ਦੇ ਗੁਲਾਮ ਹਾਂ। ਉਹ ਤਾਂ ਚਲੋ ਠੀਕ ਹੈ, ਤਸਲੀਮ ਕਰਦੇ ਨੇ, ਲੇਕਿਨ ਕੁਝ ਲੋਕ ਕਹਿੰਦੇ ਨੇ ਅਸੀਂ ਤਾਂ ਮਨ ਦੇ ਮਾਲਕ ਹਾਂ ਜੀ, ਆਪਣੀ ਮਨ ਦੀ ਮਰਜ਼ੀ ਕਰਦੇ ਹਾਂ। ਅਸਲ ਦੇ ਵਿੱਚ ਉਹ ਮਨ ਦੇ ਮਾਲਕ ਨਹੀਂ ਨੇ, ਉਹ ਬੜੇ ਭਰਮ ਭੁਲੇਖੇ ਦੇ ਵਿੱਚ ਜੀ ਰਹੇ ਨੇ, ਬੜੇ ਭਰਮ ਭੁਲੇਖੇ ਦੇ ਵਿੱਚ ਵਿਚਰ ਰਹੇ ਨੇ। ਹੈ ਉਹ ਮਨ ਦੇ ਮੁਰੀਦ, ਹੈ ਉਹ ਮਨ ਦੇ ਪਿੱਛੇ ਤੁਰਨ ਵਾਲੇ, ਉਹ ਮਨ ਦੇ ਮਾਲਕ ਨਹੀਂ, ਔਰ ਕਹਿ ਰਹੇ ਨੇ ਕਿ ਅਸੀਂ ਮਨ ਦੇ ਮਾਲਕ ਹਾਂ। ਜੇ ਮਨ ਦੇ ਮਾਲਕ ਹੁੰਦੇ ਤਾਂ ਮਨ ਉੱਪਰ ਉਹਨਾਂ ਦਾ ਰਾਜ ਚੱਲਦਾ, ਜਦ ਕਿ ਆਪਣੇ ਆਪ ਨੂੰ ਮਨ ਦੀ ਮਰਜ਼ੀ ਦੇ ਮਾਲਕ ਅਖਵਾਉਣ ਵਾਲੇ ਜਦੋਂ ਮਨ ਦੀ ਗੱਲ ਮੰਨ ਕੇ, ਮਨ ਰਾਹੀਂ ਔਰ ਮਨ ਦਾ ਕੀਤਾ ਹੋਇਆ ਮੰਨ ਕੇ ਉਹ ਗੱਲਾਂ ਕਰਦੇ ਨੇ ਜਿਹੜੀਆਂ ਸੰਸਾਰਕ ਨੇ, ਤਾਂ ਜ਼ਾਹਿਰ ਤੌਰ ਉੱਪਰ ਸਪਸ਼ਟ ਰੂਪ ਦੇ ਵਿੱਚ ਉਹ ਗੁਲਾਮ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਇੱਕ ਸਿੱਖ ਆਇਆ, ਘੋੜੇ ਤੇ ਅਸਵਾਰ ਹੋ ਕੇ ਆਇਆ ਸੀ। ਪਾਤਸ਼ਾਹ ਨੂੰ ਕਹਿਣ ਲੱਗਾ, ਸਤਿਗੁਰ ਧਰਮ ਦੇ ਰਾਹ ਦੇ ਉੱਤੇ ਚੱਲਣਾ ਚਾਹੁੰਦਾ ਹੈ। ਸਤਿਗੁਰ ਕਹਿਣ ਲੱਗੇ, ਮੁਬਾਰਕ ਹੈ, ਬੜੀ ਚੰਗੀ ਗੱਲ ਹੈ, ਧਰਮ ਦੇ ਰਾਹ 'ਤੇ ਚੱਲਣਾ ਚਾਹੁੰਦਾ, ਪਰ ਕਿਉਂ ਚੱਲਣਾ ਚਾਹੁੰਦਾ? ਕਿ ਇੱਕ ਅਕਾਲ ਪੁਰਖ ਦੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਾਂ। ਸਤਿਗੁਰ ਕਹਿਣ ਲੱਗੇ, ਇਸ ਦਾ ਮਤਲਬ ਹੈ ਕਿ ਧਰਮ ਦਾ ਇੱਕ ਮਾਰਗ ਹੈ ਜਿੱਥੇ ਆਪਾਂ ਸਫ਼ਰ ਕਰਨਾ ਹੈ, ਔਰ ਉਹ ਸਫ਼ਰ ਕਰਕੇ ਆਪਾਂ ਗੁਰੂ ਮੰਜ਼ਿਲ ਤੱਕ ਪੜਨਾ ਹੈ। ਕਹਿੰਦਾ ਜੀ ਬਿਲਕੁਲ ਠੀਕ ਹੈ, ਮੈਂ ਕਿਵੇਂ ਚੱਲਾਂ? ਸਤਿਗੁਰ ਕਹਿੰਦੇ ਨੇ, ਘੋੜੇ ਉੱਪਰ ਸਵਾਰ। ਪਾਤਸ਼ਾਹ, ਘੋੜੇ ਉੱਪਰ ਸਵਾਰ ਹੋ ਕੇ ਤਾਂ ਜ਼ਿੰਦਗੀ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ, ਔਰ ਸਤਿਗੁਰ ਮੈਂ ਆਪ ਜੀ ਦੇ ਦਰ ਘੋੜੇ ਉੱਪਰ ਸਵਾਰ ਹੋ ਕੇ ਹੀ ਅਪੜਿਆ, ਮੇਰੇ ਪਾਸ ਇੱਕ ਘੋੜਾ ਹੈ। ਪਾਤਸ਼ਾਹ ਕਹਿਣ ਲੱਗੇ, ਉਸ ਫਿਰ ਘੋੜੇ ਨੂੰ ਕਿੱਥੇ ਰੱਖਾਂ ਹੈ? ਕਿ ਸਤਿਗੁਰ ਬਾਹਰ ਬੰਨ੍ਹ ਕੇ ਆ ਗਿਆ। ਪਾਤਸ਼ਾਹ ਕਹਿਣ ਲੱਗੇ, ਹੁਣ ਘਰ ਜਾਏਗਾ ਕਿਵੇਂ? ਸਤਿਗੁਰ ਉਸੇ ਘੋੜੇ ਤੇ ਚੜ੍ਹ ਕੇ। ਪਾਤਸ਼ਾਹ ਕਹਿਣ ਲੱਗੇ, ਫਿਰ ਘਰ ਜਾ ਕੇ ਉਸ ਘੋੜੇ ਨੂੰ ਕਿੱਥੇ ਰੱਖੇਗਾ? ਕਿ ਉਸ ਘੋੜੇ ਦੇ ਲਈ ਇੱਕ ਅਸਤਬਲ ਹੈ ਸਤਿਗੁਰ, ਉੱਥੇ ਰੱਖਾਂਗਾ, ਘੋੜੇ ਨੂੰ ਉੱਥੇ ਬੰਨ੍ਹ ਦਿਆਂਗਾ। ਪਾਤਸ਼ਾਹ ਕਹਿਣ ਲੱਗੇ, ਗੱਲ ਨੂੰ ਹੁਣ ਸਮਝ, ਘੋੜੇ ਉੱਪਰ ਜਦੋਂ ਤੂੰ ਸਵਾਰ ਹੈ ਤਾਂ ਘੋੜਾ ਤੇਰੇ ਥੱਲੇ ਹੈ ਔਰ ਤੇਰੇ ਕਹੇ ਮੁਤਾਬਕ ਚੱਲ ਰਿਹਾ, ਕਿਉਂਕਿ ਘੋੜੇ ਦੀ ਵਾਗ ਤੇਰੇ ਹੱਥ ਵਿੱਚ ਹੈ। ਜਿਸ ਵਕਤ ਘੋੜੇ ਤੋਂ ਉਤਰਦਾ ਹੈ ਉਸੇ ਵਕਤ ਘੋੜੇ ਨੂੰ ਬੰਨ੍ਹ ਦਿੰਦਾ ਹੈ।
ਸਤਿਗੁਰ ਕਹਿਣ ਲੱਗੇ ਹੁਣ ਆਖਰੀ ਇੱਕ ਸਵਾਲ ਹੋਰ ਜਵਾਬ ਦੇ, ਘੋੜੇ ਨੂੰ ਬੰਨ੍ਹਦਾ ਕਿਉਂ ਹੈ? ਪਾਤਸ਼ਾਹ ਬੜੀ ਸਪਸ਼ਟ ਬੜੀ ਸਿੱਧੀ ਜੀ ਗੱਲ ਹੈ ਕਿ ਘੋੜਾ ਇੱਧਰ ਉੱਧਰ ਨਾ ਜਾਵੇ, ਇਸ ਕਰਕੇ ਬੰਨ੍ਹ ਦਿੰਦਾ। ਜੇ ਇੱਧਰ ਉੱਧਰ ਚਲਾ ਗਿਆ ਤੇ ਸਵੇਰੇ ਮੈਨੂੰ ਜਦੋਂ ਕਿਤੇ ਜਾਣ ਦੀ ਲੋੜ ਪਈ ਘੋੜਾ ਉੱਥੇ ਹੋਇਆ ਹੀ ਨਾ, ਇਸ ਕਰਕੇ ਇੱਧਰ ਉੱਧਰ ਨਾ ਜਾਵੇ, ਇਸ ਕਰਕੇ ਘੋੜੇ ਨੂੰ ਬੰਨ੍ਹ ਦਿੰਦਾ। ਪਾਤਸ਼ਾਹ ਕਹਿਣ ਲੱਗੇ ਹੁਣ ਇਸ ਤਰ੍ਹਾਂ ਹੀ ਗੱਲ ਸਮਝੀ, ਇੱਕ ਘੋੜਾ ਤੇਰੇ ਪਾਸ ਵੀ ਹੈ। ਜੇ ਧਰਮ ਦਾ ਮਾਰਗ ਅਖਤਿਆਰ ਕਰਨਾ ਹੈ ਤਾਂ ਜਿਵੇਂ ਘੋੜੇ ਉੱਪਰ ਚੜ੍ਹ ਕੇ ਆਏ ਹੈ, ਘੋੜਾ ਤੇਰੇ ਹੁਕਮ ਦੇ ਮੁਤਾਬਕ ਚੱਲਿਆ ਤੇ ਤੂੰ ਮੰਜ਼ਿਲ ਤੱਕ ਪਹੁੰਚ ਗਿਆ, ਗੁਰੂ ਤੱਕ ਅਪੜ ਗਿਆ, ਔਰ ਘੋੜੇ ਨੂੰ ਬਾਹਰ ਬੰਨ੍ਹ ਆਇਆ ਤਾਂ ਕਿ ਇੱਧਰ ਉੱਧਰ ਨਾ ਜਾਵੇ। ਮਨ ਵੀ ਇੱਕ ਘੋੜਾ ਹੀ ਹੈ। ਮਨ ਉੱਪਰ ਤੂੰ ਆਪਣੇ ਆਪ ਨੂੰ ਸਵਾਰ ਕਰ। ਹੁਣ ਸੋਚ ਕਿ ਜੇ ਇਸ ਘੋੜੇ ਨੂੰ ਚੁੱਕ ਕੇ ਤੈਨੂੰ ਆਉਣਾ ਪੈਂਦਾ ਤਾਂ ਕੀ ਤੂੰ ਮੰਜ਼ਿਲ ਅਬੂਰ ਕਰ ਸਕਦਾ ਸੀ? ਕਿ ਸਤਿਗੁਰੂ ਇਹ ਤਾਂ ਸੰਭਵ ਹੀ ਨਹੀਂ। ਆਪਾਂ ਵੀ ਦੇਖ ਲਈਏ, ਆਪਾਂ ਕਾਰ ਉੱਪਰ ਬੈਠਦੇ ਹਾਂ ਅਤੇ ਕਾਰ ਸਾਨੂੰ ਕਿਤੋਂ ਦੀ ਕਿਤੋਂ ਪਹੁੰਚਾ ਦਿੰਦੀ ਹੈ, ਲੇਕਿਨ ਉਸੇ ਕਾਰ ਨੂੰ ਚੁੱਕਣਾ ਪੈ ਜਾਵੇ, ਔਰ ਚਲੋ ਚੁੱਕਣਾ ਵੀ ਨਾ ਪਵੇ, ਧੱਕਾ ਹੀ ਲੈਣਾ ਪੈ ਜਾਵੇ, 2 ਕਦਮ ਵੀ ਨਹੀਂ ਆਪਾਂ ਚੱਲ ਸਕਦੇ। ਚੁੱਕ ਤਾਂ ਕਰ ਆਪਾਂ ਕਾਰ ਉੱਪਰ ਸਵਾਰ ਹੋ ਕੇ ਗੁਰੂ ਘਰ ਤੱਕ ਅਪੜ ਜਾਂਦੇ ਹਾਂ, ਲੇਕਿਨ ਉਸੇ ਕਾਰ ਨੂੰ ਅਸੀਂ ਆਪਣੇ ਉੱਪਰ ਸਵਾਰ ਕਰੀਏ ਤਾਂ ਸ਼ਾਇਦ ਘਰੋਂ 2 ਕਦਮ ਵੀ ਨਾ ਪੁੱਟ ਸਕੀਏ। ਸਤਿਗੁਰ ਕਹਿਣ ਲੱਗੇ ਜੇ ਘੋੜਾ ਤੇਰੇ ਉੱਪਰ ਸਵਾਰ ਹੋ ਜਾਏ ਤਾਂ ਤੂੰ ਸਫ਼ਰ ਕਰ ਸਕੇਂਗਾ? ਪਾਤਸ਼ਾਹ ਨਹੀਂ। ਸਤਿਗੁਰ ਕਹਿਣ ਲੱਗੇ ਇਸ ਤਰ੍ਹਾਂ ਹੀ ਜੇ ਮਨ ਤੇਰੇ ਉੱਪਰ ਸਵਾਰ ਹੋਇਆ ਤਾਂ ਧਰਮ ਦਾ ਮਾਰਗ ਅਬੂਰ ਨਾ ਕਰ ਸਕੇਂਗਾ, ਧਰਮ ਦੇ ਮਾਰਗ 'ਤੇ ਚੱਲ ਨਾ ਸਕੇਂਗਾ। ਤੇ ਘੋੜੇ ਉੱਪਰ ਸਵਾਰ ਹੋਏ ਹੈ ਤੇ ਗੁਰੂ ਦਰ ਤੱਕ ਆਪਣੇ ਹੈ, ਤੇ ਫਿਰ ਤੈਨੂੰ ਇੰਨੀ ਵੀ ਸਮਝ ਹੈ ਕਿ ਘੋੜਾ ਇੱਧਰ ਉੱਧਰ ਨਾ ਹੋ ਜਾਏ, ਇਸ ਕਰਕੇ ਤੂੰ ਬੰਨ੍ਹ ਦਿੱਤਾ ਹੈ। ਮਨ ਉੱਪਰ ਸਵਾਰ ਹੋ, ਗੁਰੂ ਦੀ ਮੰਜ਼ਿਲ, ਗੁਰੂ ਦਾ ਰਸਤਾ ਅਖਤਿਆਰ ਹੋ ਜਾਏਗਾ ਤੇ ਮਨ ਇੱਧਰ ਉੱਧਰ ਨਾ ਜਾਵੇ, ਇਸ ਕਰਕੇ ਇਸ ਮਨ ਨੂੰ ਫਿਰ ਬੰਨ੍ਹ ਕੇ ਰੱਖੀ। ਲੇਕਿਨ ਮਨੁੱਖ ਜਿਹੜਾ ਇਹ ਕਹਿ ਰਿਹਾ ਜੀ ਅਸੀਂ ਤਾਂ ਆਪਣੀ ਮਰਜ਼ੀ ਦੇ ਮਾਲਕ ਹਾਂ, ਅਸਲ ਦੇ ਵਿੱਚ ਉਹ ਮਰਜ਼ੀ ਦਾ ਮਾਲਕ ਨਹੀਂ ਖਿਮਾ ਕਰਨੀ, ਉਹ ਮਰਜ਼ੀ ਦਾ ਗੁਲਾਮ ਹੈ। ਕਹਿ ਹੋ ਰਿਹਾ ਮਰਜ਼ੀ ਦਾ ਮਾਲਕ ਹਾਂ, ਕਹਿ ਹੋ ਰਿਹਾ ਮੈਂ ਮਨ ਦਾ ਮਾਲਕ ਹਾਂ। ਤੇ ਮਨ ਦਾ ਮਾਲਕ ਕਿਉਂ ਹੈ? ਕਿਉਂਕਿ ਜੀ ਅਸੀਂ ਮਨ ਦੀ ਗੱਲ ਮੰਨਦੇ ਹਾਂ, ਤੇ ਮਨ ਦੀ ਗੱਲ ਮੰਨਣ ਵਾਲਾ ਮਾਲਕ ਕੌਣ ਹੈ? ਜਿਹੜਾ ਗੱਲ ਮਨਵਾ ਰਿਹਾ ਹੈ। ਮਾਲਕ ਉਹ ਨਹੀਂ ਹੈ ਜਿਹੜਾ ਗੱਲ ਮੰਨ ਰਿਹਾ, ਤਾਂ ਫਿਰ ਮਨ ਮਾਲਕ ਹੋ ਗਿਆ ਨਾ। ਤੇ ਜੇ ਮਨ ਸਵਾਰ ਹੋ ਗਿਆ ਤਾਂ ਮੰਜ਼ਿਲ ਤੈਅ ਨਾ ਹੋ ਸਕੇਗੀ। ਜਿਵੇਂ ਘੋੜੇ ਨੂੰ ਚੁੱਕ ਕੇ ਅਸੀਂ ਮੰਜ਼ਿਲ ਤੈਅ ਨਹੀਂ ਕਰ ਸਕਦੇ, ਘੋੜੇ ਉੱਪਰ ਸਵਾਰ ਹੋ ਕੇ ਹੀ ਮੰਜ਼ਿਲ ਤੈਅ ਕਰ ਸਕਦੇ ਹਾਂ। ਤੇ ਫਿਰ ਘੋੜਾ ਇੱਧਰ ਉੱਧਰ ਨਾ ਜਾਵੇ। ਤੇ ਜਦੋਂ ਆਪਾਂ ਕਾਰ ਚਲਾ ਰਹੇ ਹੁੰਦੇ ਹਾਂ, ਬਿਲਕੁਲ ਉਹੀ ਸੇਮ ਗੱਲ ਹੈ। ਕਾਰ ਜਦੋਂ ਮੰਜ਼ਿਲ 'ਤੇ ਪਹੁੰਚ ਜਾਂਦੀ ਫਿਰ ਕਾਰ ਨੂੰ ਲੌਕ ਕਰ ਦਿੰਦੇ ਹਾਂ। ਕਿਉਂ ਲੌਕ ਕਰ ਦਿੰਦੇ ਹਾਂ? ਕਿ ਕੋਈ ਚੁਰਾ ਕੇ ਨਾ ਲੈ ਜਾਵੇ। ਮਨ ਨੂੰ ਕੋਈ ਚੁਰਾ ਕੇ ਨਾ ਲੈ ਜਾਵੇ, ਮਨ ਇੱਧਰ ਉੱਧਰ ਨਾ ਜਾਵੇ, ਮਨ ਭਟਕੇ ਨਹੀਂ, ਇਸ ਕਰਕੇ ਬੰਨ੍ਹਣਾ ਵੀ ਹੈ, ਲੌਕ ਵੀ ਲਾਉਣਾ ਹੈ। ਔਰ ਗੁਰੂ ਅੱਗੇ ਸਮਰਪਣਾ ਦੇ ਰਾਹੀਂ ਗੁਰੂ ਦੇ ਕਹੇ ਮੁਤਾਬਕ ਇਸ ਮਨ ਨੂੰ ਤੋਰਨਾ, ਉਹ ਮਨ ਦੇ ਘੋੜੇ ਉੱਪਰ ਸਵਾਰ ਹੋ ਜਾਣ ਦੀ ਗੱਲ ਹੈ। ਤਾਂ ਸਤਿਗੁਰ ਨੇ ਉਹਨਾਂ ਪੁਰਖਾਂ ਨੂੰ ਇਹ ਗੱਲ ਸਮਝਾਈ ਜਿਹੜੇ ਪੁਰਖ ਮਨ ਦੀ ਗੱਲ ਤਾਂ ਨਹੀਂ ਸਨ ਸਮਝ ਰਹੇ, ਬਲਕਿ ਮਨ ਦੇ ਪਿੱਛੇ ਲੱਗ ਕੇ ਮਨਮੁਖ ਹੋ ਗਏ ਸਨ। ਇਸ ਕਰਕੇ ਉਹ ਬ੍ਰਾਹਮਣ ਵੀ ਮਨਮੁਖ ਹੀ ਕਹੇ ਜਾਣਗੇ। ਤੇ ਜਿਹੜੇ ਅੱਜ ਵੀ ਆਪਣੀ ਗਰਭ ਦਾ ਅਭਿਮਾਨ ਕਰਦੇ ਫਿਰਦੇ ਨੇ, ਗੁਮਾਨ ਕਰਦੇ ਫਿਰਦੇ ਨੇ, ਫਲਾਣੇ ਦੇ ਪੁੱਤ ਹੁੰਦੇ ਆ। ਔਰ ਮੈਂ ਤਾਂ ਕਈ ਵਾਰੀ ਹੈਰਾਨ ਹੋ ਜਾਂਦਾ ਕਿ ਕੁਝ ਗੀਤ ਵੀ ਐਸੇ ਬਣੇ ਹੁੰਦੇ ਨੇ, ਉਹਨਾਂ ਦੇ ਗੀਤਾਂ ਉੱਪਰ ਵੀ ਉਹ ਫਿਰ ਬੜਾ ਮਾਣ ਕਰਦੇ ਨੇ ਕਿ ਸਾਡੀ ਰਾਤ ਕੱਟਦੀ ਜਾਂ ਠੇਕੇ ਜਾਂ ਥਾਣੇ। ਉਸ ਗੱਲ ਤੋਂ ਬੜੇ ਖੁਸ਼ ਹੁੰਦੇ ਨੇ, ਉਹ ਫਿਰ ਗੀਤ ਬੜੇ ਚੱਲਦੇ ਨੇ, ਕਿਉਂਕਿ ਅਸਲ ਦੇ ਵਿੱਚ ਇਹ ਉਹਨਾਂ ਦੀ ਹਉਮੈ ਨੂੰ ਪੱਠੇ ਪੈ ਰਹੇ ਹੁੰਦੇ ਨੇ। ਔਰ ਜਿਹੜੀ ਗੱਲ, ਜਿਹੜੀ ਭਾਵਨਾ ਲਾਹਨਤ ਪਾਉਣ ਵਾਲੀ ਹੈ ਕਿ ਥਾਣੇ ਜਾਣਾ ਜਾਂ ਠੇਕੇ ਜਾਣਾ, ਉਹਨਾਂ ਦੇ ਵਿੱਚੋਂ ਹੀ ਉਹ ਆਪਣਾ ਫਖਰ ਮਹਿਸੂਸ ਕਰ ਰਹੇ ਹੁੰਦੇ ਨੇ, ਕਿਉਂਕਿ ਇਹੋ ਹੀ ਜਿਹੜਾ ਮਨਮੁਖਤਾ ਦਾ ਸਭ ਤੋਂ ਪਹਿਲਾ ਲੱਛਣ ਹੈ। ਝੂਮ ਰਹੇ ਹੁੰਦੇ ਨੇ, ਆਹਾ ਸਾਡੇ ਲਈ ਇਸ ਗੀਤ ਨੂੰ ਲਿਖਿਆ ਗਿਆ ਕਿ ਰਾਤ ਤੁਹਾਡੀ ਥਾਣੇ ਕੱਟਦੀ ਹੈ ਜਾਂ ਠੇਕੇ ਕੱਟਦੀ ਹੈ, ਪਰ ਬੜੇ ਖੁਸ਼ ਨੇ। ਔਰ ਇਸੇ ਕਰਕੇ ਫਿਰ ਉਹ ਗੀਤ ਬੜੇ ਚੱਲਦੇ ਨੇ, ਕਿਉਂਕਿ ਉਸ ਗੀਤ ਦੇ ਵਿੱਚ ਹਉਮੈ ਨੂੰ ਪੱਠੇ ਪੈ ਰਹੇ ਹੁੰਦੇ ਨੇ। ਤਾਂ ਬ੍ਰਾਹਮਣ ਨੇ ਇੱਕ ਸ਼ਬਦ ਬਣਾਇਆ ਆਪਣੇ ਵਾਸਤੇ ਔਰ ਮਨਮੁਖ ਹੋ ਗਿਆ। ਸਤਿਗੁਰ ਨੇ ਉਸ ਦੀ ਪਰਿਭਾਸ਼ਾ ਦੱਸੀ। ਬਾਬਾ ਕਬੀਰ ਜੀ ਨੇ ਵੀ ਬੜਾ ਸਪਸ਼ਟ ਕਿਹਾ ਨਾ ਪਵਿੱਤਰ ਬਾਣੀ ਦੇ ਵਿੱਚ ਕਿ ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਔਰ ਸਤਿਗੁਰੂ ਜੀ ਨੇ ਕਿਹਾ ਕਿ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ। ਤੇ ਬ੍ਰਹਮ ਬਿੰਦ ਤੇ ਹੀ ਸਭ ਉਤਪਾਤੀ ਹੋਈ ਹੈ। ਤੇ ਬਾਬਾ ਕਬੀਰ ਫਿਰ ਇੱਕ ਪ੍ਰਸ਼ਨ ਕਰਦੇ ਨੇ, ਕਹੋ ਰੇ ਪੰਡਿਤ ਬਾਮਨ ਕਬ ਤੇ ਹੋਏ, ਬਾਮਨ ਕਹਿ ਕੇ ਜਨਮ ਮਤ ਖੋਏ। ਇਹ ਰਹਾਉ ਦੀ ਮੁਬਾਰਕ ਪੰਕਤੀ ਹੈ। ਤੇ ਬਾਬਾ ਕਬੀਰ ਫਿਰ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਕਿ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਇੱਕ ਪ੍ਰਸ਼ਨ ਕੀਤਾ। ਫਿਰ ਪ੍ਰਸ਼ਨ ਹੈ ਕਿ ਤੁਮ ਕਤ ਬ੍ਰਾਹਮਣ ਹਮ ਕਤ ਸੂਦ।
ਅਸੀਂ ਸ਼ੁੱਧ ਹਾਂ। ਤੇ ਅਸੀਂ ਸ਼ੁੱਧਰ ਕਿਉਂ ਆ? ਕਿਉਂਕਿ ਹਮਕਤ ਲਹੂ ਤੁਮਕਤ ਦੁੱਧ, ਸਾਡੇ ਕੋਲ ਸਾਡੀਆਂ ਰਗਾਂ 'ਚ ਲਹੂ ਦੌੜਦਾ, ਤੇਰੀਆਂ ਰਗਾਂ 'ਚ ਦੁੱਧ ਦੌੜਦਾ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਹਮਣ ਕਹੀਅਤ ਹੈ ਹਮਾਰੇ। ਸ੍ਰੀ ਰਾਗ ਦੇ ਵਿੱਚ ਪਾਤਸ਼ਾਹ ਤੀਜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ, ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਅਸਲ ਦੇ ਵਿੱਚ ਬਾਣੀ ਹੀ ਬ੍ਰਹਮ ਹੈ। ਬ੍ਰਹਮ ਅਕਾਲ ਪੁਰਖ ਦਾ ਰੂਪ ਹੈ, ਅਕਾਲ ਪੁਰਖ ਦਾ ਨਾਮ ਹੈ। ਤੋ ਬ੍ਰਾਹਮਣ ਨੇ ਉਸ ਰੂਪ ਨੂੰ ਅਪਣਾਉਣ ਵਾਸਤੇ ਆਪਣਾ ਨਾਮ ਜੇ ਰੱਖ ਲਿਆ ਬ੍ਰਾਹਮਣ ਤਾਂ ਮੁਬਾਰਕ ਹੈ, ਲੇਕਿਨ ਆਪਣੇ ਕਰਮ ਬ੍ਰਾਹਮਣਾਂ ਵਰਗੇ ਕਰ। ਔਰ ਕੋਈ ਮਨੁੱਖ ਸਮਝੇ ਕਿ ਮੈਂ ਬ੍ਰਾਹਮਣ ਦੇ ਘਰ ਜਨਮ ਕੇ ਬ੍ਰਾਹਮਣ ਹੋ ਜਾਵਾਂਗਾ, ਜਾਂ ਕੋਈ ਮਨੁੱਖ ਸਮਝੇ ਕਿ ਮੈਂ ਸਿੱਖ ਦੇ ਘਰ ਜਨਮ ਕੇ ਸਿੱਖ ਹੋ ਜਾਵਾਂਗਾ। ਔਰ ਇਹੋ ਕਾਰਨ ਹੈ ਕਿ ਸਿੱਖ ਦੇ ਘਰ ਜਨਮਿਆ ਮਨੁੱਖ ਛਾਤੀ ਠੋਕ ਕੇ ਦਾਅਵਾ ਤਾਂ ਕਰਦਾ ਕਿ ਮੈਂ ਸਿੱਖ ਹਾਂ, ਮੁਬਾਰਕ ਹੈ, ਚੰਗੀ ਗੱਲ ਹੈ, ਲੇਕਿਨ ਕਰਮ ਕਰਕੇ ਉਹ ਸਿੱਖ ਨਹੀਂ ਬਣਨਾ ਚਾਹੁੰਦਾ। ਮੈਂ ਕਈ ਵਾਰੀ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਵਾਸਤੇ ਕਿ ਹੈ ਨੇ, ਉਹਨਾਂ ਨੂੰ ਬਾਊ ਜੀ ਕਹਿ ਦਿੰਦਾ, ਕਲੀਨ ਸੇਵਨ ਵਿਅਕਤੀਆਂ ਨੂੰ। ਉਹ ਗੁੱਸਾ ਕਰਦੇ ਨੇ ਔਰ ਮੈਨੂੰ ਚੰਗਾ ਲੱਗਦਾ ਹੈ। ਓਏ ਕਿੱਦਾਂ ਕਹਿ ਤਾ, ਕਈ ਤੇ ਬਾਹਾਂ ਚੁੱਕ ਕੇ ਉੱਪਰ ਆ ਜਾਂਦੇ ਨੇ, ਸਾਨੂੰ ਬਾਊ ਜੀ ਕਿੱਦਾਂ ਕਹਿ? ਮੈਂ ਕਹਿੰਦੀ ਜੀ ਮੈਂ ਭਾਊ ਜੀ ਕਿਹਾ ਸੀ, ਮਾਫ਼ ਕਰਨਾ, ਤੁਸੀਂ ਗਲਤ ਸਮਝੇ। ਤੋ ਠੰਡੇ ਸ਼ਾਂਤ ਹੋ ਜਾਂਦੇ ਨੇ। ਮੈਂ ਤਾਂ ਸਿਰਫ ਆਪਣਾ ਹੀ ਚੈੱਕ ਕਰਨਾ ਹੁੰਦਾ ਕਿ ਅੰਦਰ ਅਜੇ ਕੁਝ ਹੈ। ਜੇ ਅੰਦਰ ਅਜੇ ਕੁਝ ਹੈ ਤੇ ਇਹਦਾ ਮਤਲਬ ਅਜੇ ਚਿੰਗਾਰੀ ਹੈ, ਅਜੇ ਉਮੀਦ ਹੈ ਕਿ ਉਹ ਵਾਪਸ ਪਰਤ ਸਕਦੇ ਨੇ। ਤੋ ਜ਼ਾਹਿਰ ਤੌਰ ਉੱਪਰ ਦਾਅਵੇਦਾਰੀਆਂ ਦੇ ਨਾਲ ਮਨੁੱਖ ਕੁਝ ਨਹੀਂ ਹੋ ਸਕਦਾ, ਪਰ ਮਨਮੁਖ ਦਾਅਵੇਦਾਰੀਆਂ ਦੇ ਨਾਲ ਹੀ ਸਭ ਕੁਝ ਹੋਣਾ ਚਾਹੁੰਦਾ ਹੈ। ਔਰ ਸਤਿਗੁਰ ਕਹਿੰਦੇ ਨੇ ਕਿ ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ, ਨਾਨਕ ਨਾਮ ਸੰਭਾਲ ਤੂੰ, ਜਿਤ ਸੇਵਿਆ ਸੁਖ ਹੋਏ। ਨਾਮ ਦੀ ਸੰਭਾਲ ਜਿਹੜੀ ਮਨੁੱਖ ਦੇ ਮਨ ਦੇ ਅੰਦਰੋਂ ਇਸ ਗੱਲ ਦੀ ਸੋਚ ਨੂੰ ਹੀ ਮਿਟਾ ਦੇਵੇਗੀ ਕਿ ਉਸਨੇ ਹਉਮੈ ਦੇ ਵਿੱਚ ਆ ਕੇ, ਕਿਉਂਕਿ ਸਤਿਗੁਰ ਨੇ ਇੱਕ ਗੱਲ ਬੜੀ ਸਪਸ਼ਟ ਕਰ ਦਿੱਤੀ ਹੈ। ਪਾਤਸ਼ਾਹ ਕਹਿੰਦੇ ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ। ਮਨੁੱਖ ਦੀ ਜਿਹੜੀ ਜਾਤ ਜਾਂ ਮਨੁੱਖ ਦੀ ਜਿਹੜੀ ਪਹਿਚਾਣ ਹੈ ਦੁਨਿਆਵੀ ਤੌਰ ਉੱਪਰ, ਉਹ ਉਸਦੇ ਸਰੀਰ ਦੇ ਨਾਲ ਹੀ ਹੈ। ਆਤਮਾ ਬਿਲਕੁਲ ਨਗਨ ਹੈ, ਆਤਮਾ ਦੇ ਉੱਪਰ ਕੋਈ ਵੇਸ ਭੂਸਾ ਨਹੀਂ, ਲੇਕਿਨ ਉਸ ਨਗਨ ਆਤਮਾ ਨੂੰ ਸ਼ਬਦ ਦੇ ਨਾਲ ਜਿਸਨੇ ਢਕਿਆ ਹੋਇਆ ਹੈ, ਉਹੀ ਦਰਗਾਹ ਦੇ ਵਿੱਚ ਫਿਰ ਮਾਣ ਪਾਵੇਗਾ। ਇਹ ਗੁਰਮਤ ਬਿਲਕੁਲ ਇਸ ਪੱਖੋਂ ਸਪਸ਼ਟ ਹੈ। ਇਸ ਕਰਕੇ ਅੱਗੇ ਜਾਤ ਨਾ ਜੋਰ ਹੈ। ਕਿਸ ਜਗ੍ਹਾ ਉੱਪਰ ਅੱਗੇ? ਕਿਉਂਕਿ ਮਨੁੱਖ ਹੋ ਸਕਦਾ ਕਿ ਇੱਥੇ ਆਪਣੀ ਜਾਤ ਦੇ ਜ਼ੋਰ ਦੇ ਨਾਲ ਆਪਣੇ ਆਪ ਨੂੰ ਵੱਡਾ ਅਖਵਾ ਲਵੇ। ਹੋ ਸਕਦਾ ਹੈ ਕਿ ਆਪਣੇ ਆਪ ਨੂੰ ਵੱਡਾ ਅਖਵਾਉਣ ਵਾਲਾ ਦੂਸਰੇ ਨੂੰ ਸੁਧਰ ਕਵੇ, ਤੁਮਕਤ ਬ੍ਰਾਹਮਣ ਹਮਕਤ ਸੂਦ। ਲੇਕਿਨ ਪਹਿਚਾਣ ਕਿਸ ਤਰੀਕੇ ਦੇ ਨਾਲ ਕਿਸ ਤਰ੍ਹਾਂ ਹੋਵੇਗੀ? ਮਨੁੱਖ ਦੀ ਪਹਿਚਾਣ ਦੁਨਿਆਵੀ ਤੌਰ ਪਰ ਉਸ ਦੀ ਵੇਸ ਭੂਸਾ ਦੇ ਨਾਲ ਹੋ ਜਾਂਦੀ। ਇਸੇ ਕਰਕੇ ਜਿਹੜੇ ਕੁਝ ਲੋਕ ਨੇ ਵੇਸ ਭੂਸ਼ਾ ਦੇ ਰਾਹੀਂ ਭੁਲੇਖਾ ਪਵਾ ਦਿੰਦੇ ਨੇ ਕਿ ਉਹ ਸੰਤ ਨੇ। ਚਿੱਟੇ ਕੱਪੜੇ ਪਾ ਲਏ, ਭਗਵੇ ਪਾ ਲਏ, ਕੋਈ ਹੋਰ ਰੰਗ ਅਪਣਾ ਲਿਆ, ਗੋਲ ਬਣ ਲਈ, ਸਭਾ ਮੰਨ ਲਈ, ਔਰ ਮੇਰੇ ਵਰਗੇ ਉਹਨਾਂ ਨੂੰ ਸੰਤ ਮੰਨ ਵੀ ਲੈਂਦੇ ਨੇ। ਇਸ ਤਰ੍ਹਾਂ ਹੀ ਬ੍ਰਾਹਮਣਾਂ ਨੂੰ ਮੰਨ ਲਿਆ ਗਿਆ ਕਿ ਉਹ ਬ੍ਰਾਹਮਣ ਨੇ। ਲੇਕਿਨ ਪਾਤਸ਼ਾਹ ਕਹਿੰਦੇ ਨਹੀਂ, ਬ੍ਰਾਹਮਣ ਉਹ ਹੈ ਜਿਹੜਾ ਪਹਿਚਾਣਦਾ ਹੈ ਕਰਮ ਦੀ ਉਸ ਅਵਸਥਾ ਨੂੰ, ਜਿੱਥੇ ਬਾਬਾ ਕਬੀਰ ਕਹਿੰਦੇ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੀ। ਬ੍ਰਹਮ ਦਾ ਵਿਚਾਰ ਕੀਤਾ ਕਿਸੇ ਨੇ, ਤਾਂ ਸਤਿਗੁਰੂ ਜੀ ਕਹਿੰਦੇ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ। ਤੋ ਇੱਥੇ ਬਿੰਦੇ ਦਾ ਮਤਲਬ ਕੀ ਹੈ? ਇੱਥੇ ਬਿੰਦੇ ਦਾ ਮਤਲਬ ਹੈ ਇੱਕ ਪਹਿਚਾਣ, ਇੱਕ ਸਮਝ, ਇੱਕ ਸੂਝ। ਜਿਸ ਮਨੁੱਖ ਨੇ ਬ੍ਰਹਮ ਦੀ ਪਹਿਚਾਣ ਕਰ ਲਈ ਹੈ, ਹੁਣ ਜ਼ਾਹਿਰ ਤੌਰ ਪਰ ਜਿਸ ਨੇ ਬ੍ਰਹਮ ਦੀ ਪਹਿਚਾਣ ਕਰ ਲਈ ਹੈ, ਉਹ ਨਾ ਆਪਣੀ ਜਾਤ 'ਤੇ ਗਰਵ ਕਰੇਗਾ, ਨਾ ਆਪਣੇ ਅਹੁਦੇ ਦੇ ਉੱਤੇ ਗਰਵ ਕਰੇਗਾ। ਜੇ ਉਸ ਨੂੰ ਕੋਈ ਅਹੁਦਾ ਮਿਲ ਵੀ ਜਾਏਗਾ ਤਾਂ ਉਸ ਅਹੁਦੇ ਦੇ ਨਾਲ ਉਹ ਸੇਵਾਦਾਰ ਹੋਵੇਗਾ। ਹੁਣ ਜੇ ਖਿਮਾ ਕਰਨੀ, ਕੋਈ ਬੰਦਾ ਇਲੈਕਸ਼ਨ ਲੜਦਾ ਹੈ, ਮਾੜੀ ਗੱਲ ਨਹੀਂ ਹੈ। ਕੋਈ ਮੈਂਬਰ ਬਣ ਜਾਂਦਾ ਹੈ, ਮਾੜੀ ਗੱਲ ਨਹੀਂ ਹੈ। ਪਰ ਉਹ ਮੈਂਬਰ ਕੀ ਸੇਵਾ ਕਰਨ ਦੀ ਭਾਵਨਾ ਦੇ ਨਾਲ ਬਣਿਆ, ਜਾਂ ਉਹ ਮੈਂਬਰ ਬਣਿਆ ਆਪਣੀ ਚੌਧਰ ਦੀ ਭਾਵਨਾ ਦੇ ਨਾਲ? ਗੱਲ ਦੇਖਣ ਵਾਲੀ ਹੈ। ਤਾਂ ਜਿਹੜਾ ਚੌਧਰ ਦੀ ਭਾਵਨਾ ਦੇ ਨਾਲ ਮੈਂਬਰ ਬਣਨਾ ਚਾਹੁੰਦਾ, ਉਹ ਸ਼ਰਾਬਾਂ ਵੀ ਵੰਡੇਗਾ, ਉਹ ਰਿਸ਼ਵਤਾਂ ਵੀ ਦੇਵੇਗਾ, ਉਹ ਪੈਸੇ, ਫਿਰ ਉਹ ਜਿਹੜੀਆਂ ਵੰਡੀਆਂ ਹੋਈ ਸ਼ਰਾਬਾਂ ਨੂੰ ਵਸੂਲ ਕਿੱਥੋਂ ਕਰੇਗਾ? ਮੈਂਬਰ ਬਣ ਜਾਣ ਤੋਂ ਬਾਅਦ ਉੱਥੋਂ ਹੀ ਜਦੋਂ ਮੈਂਬਰ ਬਣਿਆ। ਤਾਂ ਸੇਵਾ ਅੱਜ ਦੀ ਹੁਣ ਭਾਵਨਾ ਕੀ ਹੈ? ਕਿਉਂਕਿ ਅੱਜ ਦਾ ਸਮਾਂ ਜਿਹੜਾ ਬੜਾ ਭਿਆਨਕ ਹੈ, ਇਸ ਕਰਕੇ ਸੇਵਾ ਦੀ ਭਾਵਨਾ ਦੇ ਨਾਲ ਜਿਹੜਾ ਅੱਗੇ ਆਉਣਾ ਚਾਹੁੰਦਾ
ਉਹਦੇ ਕੋਲ ਕਿਉਂਕਿ ਦੁਨਿਆਵੀ ਮਾਇਆ ਨਹੀਂ ਹੈ, ਉਹ ਬੇਸ਼ੱਕ ਜਿੰਨਾ ਮਰਜ਼ੀ ਰੋਲਾ ਪਾਉਂਦਾ ਰਹੇ, ਕਿਉਂਕਿ ਵੋਟ ਦੇਣ ਵਾਲੇ ਵੀ ਸਵਾਰਥੀ ਹੋ ਚੁੱਕੇ ਨੇ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਇਹ ਬੰਦਾ ਸਾਡਾ ਕੰਮ ਕਰਾ ਸਕਦਾ, ਇਹ ਬੜਾ ਵੱਡਾ ਸਿਆਸਤਦਾਨ ਹੈ, ਅਮੀਰ ਹੈ। ਅਹੁਦਾ ਲੈ ਲੈਣਾ ਬੜੀ ਚੰਗੀ ਗੱਲ ਹੈ, ਲੇਕਿਨ ਚੰਗੀ ਗੱਲ ਉਦੋਂ ਜਦੋਂ ਉਸ ਅਹੁਦੇ ਦਾ ਸਹੀ ਇਸਤੇਮਾਲ, ਹੁਣ ਬੰਦਾ ਕੋਈ ਮੈਂਬਰ ਬਣ ਜਾਵੇ ਪ੍ਰਬੰਧਕ ਕਮੇਟੀ ਦਾ, MLA ਬਣ ਜਾਵੇ, MP ਬਣ ਜਾਵੇ, ਚੰਗੀ ਗੱਲ ਹੈ, ਲੇਕਿਨ ਉਹ ਆਪਣੇ ਉਸ ਅਹੁਦੇ ਦਾ ਇਸਤੇਮਾਲ ਕਿਸ ਤਰ੍ਹਾਂ ਕਰ ਰਿਹਾ ਹੈ? ਸੇਵਾ ਦੀ ਭਾਵਨਾ ਨਾਲ ਕਰ ਰਿਹਾ ਜਾਂ ਕਿ ਚੌਧਰ ਦੀ ਭਾਵਨਾ ਦੇ ਨਾਲ ਕਰ ਰਿਹਾ? ਸਤਿਗੁਰ ਕਹਿੰਦੇ ਸਾਹ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਅਗਰ ਤਾਂ ਸੇਵਾ ਦੀ ਭਾਵਨਾ ਦੇ ਨਾਲ ਮਨੁੱਖ ਕਿਸੇ ਅਹੁਦੇ ਨੂੰ ਲੈਂਦਾ ਹੈ ਔਰ ਨਿਭਾਉਂਦਾ ਹੈ ਤਾਂ ਉਹ ਆਪਣਾ ਧਰਮ ਨਿਭਾ ਜਾਂਦਾ ਹੈ। ਲੇਕਿਨ ਅਗਰ ਕਰਪਸ਼ਨ ਹੀ ਫੈਲਾਣੀ ਹੈ, ਭ੍ਰਿਸ਼ਟਾਚਾਰ ਹੀ ਫੈਲਾਉਣਾ ਹੈ, ਤਾਂ ਜ਼ਾਹਿਰ ਤੌਰ ਉੱਪਰ ਫਿਰ ਉਸ ਅਹੁਦੇ ਦਾ ਇਸਤੇਮਾਲ ਹੀ ਉਸ ਨੂੰ ਮਨਮੁਖ ਕਰੇਗਾ, ਉਸ ਅਹੁਦੇ ਦਾ ਇਸਤੇਮਾਲ ਹੀ ਉਸ ਨੂੰ ਗੁਰਮੁਖ ਕਰੇਗਾ। ਹੁਣ ਦੇਖਣਾ ਇਹ ਹੈ ਕਿ ਉਸਨੇ ਮਨ ਪਿੱਛੇ ਲੱਗਣਾ ਹੈ ਜਾਂ ਗੁਰੂ ਪਿੱਛੇ ਲੱਗਣਾ ਹੈ। ਪਹਿਚਾਣ ਕਿਹਦੀ ਕਰਨੀ ਹੈ? ਬ੍ਰਹਮ ਦੀ। ਅਗਰ ਬ੍ਰਹਮ ਦੀ ਪਹਿਚਾਣ ਹੋ ਗਈ ਤਾਂ ਉਹ ਬ੍ਰਾਹਮਣ ਹੈ। ਤੇ ਸਤਿਗੁਰ ਕਹਿੰਦੇ ਨੇ ਫਿਰ ਬ੍ਰਾਹਮਣ ਦੀ ਪਰਿਭਾਸ਼ਾ ਕੀ ਹੈ? ਜੇ ਅਨ ਦਿਨ ਹਰ ਲਿਵ ਲਾਏ। ਜੇ ਦਾ ਮਤਲਬ ਹੈ ਜੋ, ਜਿਹੜਾ ਹਰ ਵੇਲੇ ਅਨ ਦਿਨ ਭਾਵ ਅਨ ਰਾਤ ਔਰ ਦਿਨ, ਦਿਨ ਵਕਤ ਹਰ ਵਕਤ ਉਸ ਅਕਾਲ ਪੁਰਖ ਦੇ ਨਾਲ ਆਪਣੀ ਲਿਵ ਜੋੜਦਾ ਹੈ। ਤਾਂ ਫਿਰ ਕਰਦਾ ਕੀ ਹੈ ਉਹ? ਇੱਥੇ ਤੱਕ ਉਹਦੀ ਸਮਾਪਤੀ ਨਹੀਂ ਹੈ। ਇਹ ਬ੍ਰਾਹਮਣ ਦੀ ਪਹਿਲੀ ਕਿਰਿਆ, ਪਹਿਲੀ ਸਟੇਜ ਹੈ ਕਿ ਅਨ ਦਿਨ ਲਿਵ ਲਾਏ। ਹੁਣ ਅਨ ਦਿਨ ਲਿਵ ਲਾਉਣ ਦਾ ਵੀ ਇੱਕ ਤਰੀਕਾ ਹੈ। ਲਿਵ ਸਤਿਗੁਰ ਲੱਗੇ ਕਿਵੇਂ? ਸਤਿਗੁਰ ਪੁੱਛੇ। ਪੁੱਛਣਾ ਤਾਂ ਆਪਾਂ ਸਤਿਗੁਰ ਕੋਲ ਹੀ ਹੈ, ਤੇ ਸਤਿਗੁਰ ਕੋਲ ਪੁੱਛ ਕੇ ਕੀ ਅਪਣਾਉਂਦਾ? ਸੱਚ। ਤੇ ਸੱਚ ਉੱਪਰ, ਸੱਚ ਦੇ ਮਾਰਗ ਉੱਪਰ ਚੱਲਿਆ ਕਿਵੇਂ ਜਾਂਦਾ? ਸੰਜਮ ਦੇ ਰਾਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ। ਕਿਉਂਕਿ ਗੁਰਮਤਿ ਦੇ ਵਿੱਚ ਸੰਜਮ ਜਿਹੜਾ ਸ਼ਬਦ ਹੈ ਉਹ ਕਈ ਵਾਰੀ ਵਰਤਿਆ, ਬਾਰ-ਬਾਰ ਵਰਤਿਆ, ਲੇਕਿਨ ਸੰਜਮ ਦਾ ਜਿਹੜਾ ਅੰਤਰੀਵ ਭਾਵਕ ਮਤਲਬ ਹੈ ਬਹੁਤ ਪਿਆਰਾ ਹੈ। ਦੁਨਿਆਵੀ ਤੌਰ ਪਰ ਕਿਸੇ ਵੀ ਚੀਜ਼ ਨੂੰ ਆਪਾਂ ਛੱਡਣਾ ਨਹੀਂ ਹੈ। ਜਿਹੜੇ ਵਿਕਾਰ ਨੇ ਨਾ, ਇਹਨਾਂ ਨੂੰ ਛੱਡਣਾ ਨਹੀਂ ਹੈ, ਇਹਨਾਂ ਨੂੰ ਤਿਆਗਣਾ ਹੈ। ਤਿਆਗਣ ਦੀ ਅਵਸਥਾ ਸੰਜਮ ਹੈ। ਹੁਣ ਕਿਵੇਂ ਕਰਨੀ? ਬੁਰਾ ਨਹੀਂ ਮੰਨਣਾ। ਜੇ ਆਪਾਂ ਕਾਮ ਛੱਡ ਦਿੱਤਾ ਤਾਂ ਗ੍ਰਸਤ ਕਿਵੇਂ? ਜੇ ਕਰੋਧ ਛੱਡ ਦਿੱਤਾ ਤਾਂ ਬੀਰ ਰਸ ਕਿਵੇਂ? ਤੇ ਸਤਿਗੁਰੂ ਵੀ ਕਹਿੰਦੇ ਨੇ ਕਾਮ ਕਰੋ ਦੋਇ ਕਰੋ ਬਸੋਲੇ, ਗੋਡੋ ਧਰਤੀ ਪਾਈ। ਜੇ ਕਾਮ ਘਰ ਦੀ ਹੱਦ ਤੱਕ ਸੀਮਿਤ ਹੈ ਤਾਂ ਉਹ ਗ੍ਰਸਤ ਚਲਾਏਗਾ। ਜੇ ਉਹੀ ਘਰ ਦੀ ਹੱਦ ਤੋਂ ਬਾਹਰ ਨਿਕਲ ਗਿਆ ਤਾਂ ਉਹ ਕਾਮ ਅਖਵਾਵੇਗਾ। ਜਿਵੇਂ ਅੱਗ ਹੈ, ਉਸੇ ਹੀ ਅੱਗ ਰਾਹੀਂ ਆਪਾਂ ਰੋਟੀਆਂ ਸੇਕਦੇ ਹਾਂ। ਉਹੀ ਅੱਗ ਅਗਰ ਭੜਕ ਜਾਵੇ ਤਾਂ ਘਰ ਨੂੰ ਸਾੜ ਦਿੰਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਕਾਮ ਕਰੋ ਦੋਇ ਕਰੋ ਬਸੋਲੇ, ਗੋਡੋ ਧਰਤੀ ਪਾਈ। ਔਰ ਉਸੇ ਕਾਮ ਕ੍ਰੋਧ ਨੂੰ ਪਾਤਸ਼ਾਹ ਕਹਿੰਦੇ ਨੇ ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਕੰਚਨ ਸੁਹਾਗਾ ਡਾਲੇ। ਕਿਹੜੀ ਕਾਮ ਕ੍ਰੋਧ ਕਾਇਆ ਨੂੰ ਗਾਲ ਦਿੰਦੀ ਹੈ? ਜਿਹੜੀ ਬਾਹਰ ਹੋ ਗਈ, ਭੜਕ ਗਈ। ਭੜਕੀ ਹੋਈ ਅੱਗ ਹੀ ਘਰ ਨੂੰ ਸਾੜੇਗੀ ਨਾ। ਤਾਂ ਜਿਸ ਵਕਤ ਭੜਕੇਗਾ ਕੋਈ ਵੀ ਵਿਕਾਰ, ਉਸ ਨੂੰ ਸੰਜਮ ਦੇ ਵਿੱਚ ਲਿਆਣਾ ਗੁਰੂ ਦੇ ਹੁਕਮਾਂ ਦੇ ਮੁਤਾਬਕ, ਔਰ ਸੰਜਮ ਦੇ ਵਿੱਚ ਲਿਆ ਕੇ ਉਸ ਨੂੰ ਲੋਭ ਛੱਡ ਦਿਓਗੇ ਤਾਂ ਮੁਹੱਬਤ ਕਿਵੇਂ ਕਰੋਗੇ? ਮੋਹ ਛੱਡ ਦਿਓਗੇ ਤਾਂ, ਕਿਉਂਕਿ ਜਦੋਂ ਜਿਹੜੀ ਚੀਜ਼ ਆਪਣੀ ਹੱਦ ਪਾਰ ਕਰ ਜਾਂਦੀ ਹੈ ਨਾ, ਉਹੀ ਚੀਜ਼ ਵਿਕਾਰ ਬਣਦੀ ਹੈ। ਪਿਆਰ ਕਰਨ ਤੋਂ ਕਿਤੇ ਵੀ ਇਨਕਾਰ ਨਹੀਂ ਹੈ ਗੁਰਮਤਿ ਦੇ ਵਿੱਚ, ਲੇਕਿਨ ਉਹੀ ਪਿਆਰ, ਜੇ ਪੁੱਤਰ ਦੇ ਨਾਲ, ਕੁਟੁੰਬ ਦੇ ਨਾਲ ਪਿਆਰ ਕਰ ਰਹੇ ਹਾਂ ਆਪਾਂ, ਲੇਕਿਨ ਉਹੀ ਪਿਆਰ ਅਗਰ ਆਪਣੀ ਹੱਦ ਪਾਰ ਕਰ ਜਾਂਦਾ ਤਾਂ ਉਹੀ ਪਿਆਰ ਮੋਹ ਬਣ ਜਾਂਦਾ ਹੈ। ਗ੍ਰਸਤ ਤੋਂ ਬਾਹਰ ਗਿਆ, ਭੜਕਿਆ ਹੋਇਆ, ਉਹੀ ਕਾਮ ਬਣ ਜਾਏਗਾ। ਬੀਰ ਰਸ ਰੋਸ ਜਗਣ ਤੱਕ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਬੀਰ ਰਸ ਸੀ ਤਾਂ ਰੋਸ ਜਗਿਆ, ਲੇਕਿਨ ਰੋਸ ਜਗਣ ਦਾ ਮਤਲਬ ਇਹ ਨਹੀਂ ਕਿ ਹੋਸ਼ ਗਵਾ ਬੈਠਣਾ ਕਿ ਮੇਰੀ ਮਾਂ ਮਰੀ ਹੈ, ਸਾਰੀ ਸਿੱਖ ਕੌਮ ਨੂੰ ਮਾਰ ਦਿਓ ਮੇਰੇ ਪਾਸ, ਕਿਉਂਕਿ ਰਾਜ ਸਤਾ ਹੈ। ਇਹ ਉਹ ਲੋਕ ਕਰਦੇ ਨੇ ਜਿਨ੍ਹਾਂ ਦੇ ਕੋਲ ਧਰਮ ਨਹੀਂ ਹੁੰਦਾ। ਜਿਨ੍ਹਾਂ ਕੋਲ ਧਰਮ ਹੈ ਉਹਨਾਂ ਦੇ ਕੋਲ ਧਰਮ ਦੀ ਪਹਿਚਾਣ ਹੀ ਸੰਜਮ ਹੈ। ਤਾਂ ਸੰਜਮ ਸੱਚ ਰਾਹੀਂ ਹੀ ਹੁੰਦਾ ਹੈ। ਔਰ ਸਤਿਗੁਰ ਕਹਿੰਦੇ ਗੁਰਸਿੱਖ ਨੇ ਉਸ ਸੰਜਮ ਨੂੰ ਕਮਾਣਾ ਹੈ। ਸਤਿਗੁਰ ਪੁੱਛੇ ਸੱਚ ਸੰਜਮ ਕਮਾਵੇ, ਹਉਮੈ ਰੋਗ ਤਿਸ ਜਾਈ। ਹਉਮੈ ਹੀ ਭੜਕਾਉਂਦਾ ਹੈ ਨਾ ਬਾਕੀ ਦੇ ਵਿਕਾਰਾਂ ਨੂੰ। ਔਰ ਇਹਨਾਂ ਸਾਰਿਆਂ ਦਾ ਅੰਤਰ ਸੰਬੰਧ ਹੈ, ਜਿਨ੍ਹਾਂ ਦੇ ਬਾਰੇ ਮੈਂ ਕਈ ਵਾਰੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਚੁੱਕੇ ਹਾਂ। ਤੇ ਸਤਿਗੁਰ ਕਹਿੰਦੇ ਕਰੇ ਕਿ ਹਰ ਗੁਣ ਗਾਵੇ, ਹਰ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ। ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਏ, ਜੇ ਅਨ ਦਿਨ ਹਰ ਨਾਮ ਤੇ ਆਏ।
ਗੱਲ ਸਤਿਗੁਰ ਨੇ ਸਪਸ਼ਟ ਕਰ ਦਿੱਤੀ ਕਿ ਇਸ ਯੁੱਗ ਦੇ ਵਿੱਚ ਵਿਰਲਾ ਹੀ ਹੈ ਜਿਹੜਾ ਇਸ ਗੱਲ ਨੂੰ ਸਮਝ ਸਕੇਗਾ। ਹਰ ਗੱਲ ਬ੍ਰਹਮ ਨੂੰ ਪਹਿਚਾਣੇਗਾ, ਸੁਰਤ ਜੋੜੇਗਾ। ਬ੍ਰਾਹਮਣ ਦੀ ਅਵਸਥਾ ਦੇ ਵਿੱਚ ਸਤਿਗੁਰੂ ਦੇ ਦੱਸੇ ਸੱਚ ਦੇ ਮਾਰਗ 'ਤੇ ਚੱਲ ਕੇ ਸੰਜਮ ਨੂੰ ਅਪਣਾਏਗਾ और धर्मी हो जाएगा। जब तक संयम धर्म न कमाया, सेवा साधना जानिया हर राया। ऐसे व्यक्ति लिए सतगुर ने हम शब्द इस्तेमाल किया, अपने आप से लैके गल मेरे वर्गियां लिए समझाइए। कहो नानक हम नीच कर्मा, शरण परे की राखो शर्मा। ऐसे व्यक्ति के कर्म नीच ने जिहड़ा अपने आप नूं संयम असल दे विच कंट्रोल अवस्था है। जदों मनुख अपने आप नूं वरजदा कंट्रोल करता है, मेरा मन करता नाई ते जाण ते कंट्रोल करना पैंदा ना कि मेरा गुरु कहता नहीं मैं नाई दे नहीं जा सकता। अपने आप को कंट्रोल कर लिया ना, रोक लिया ना। मेरा मन करता मैं मैकदे तक जावां, पब तक जावां, शराब पीयां उत्थे जाके, मन करेगा। लेकिन जिसने रोक लिया उसने अपने आप को कंट्रोल कर लिया। मन तो कई पासे भटकेगा। और जिहड़ी गल बेनती आप जी के चरणों के कह कर दी कि मन उपर सवार होना और इस नूं बन के रखना। हौमे रोग उसका ही दूर होएगा। गुण इकट्ठी करेगा, परम जोत दे विच अपनी आत्मा मिला लवेगा। और सतगुर फिर कहते हैं एक अवस्था उन्हां दी है जिन्हां दे अंदर कपट है, अंतर कपट मनमुख अज्ञानी रसना झूठ बुलाए। कपट कीते हर पुरख न पीजे, नित वेखे सुने सबाए। अंदर कपट है, अवस्था मनमुखां वाली है अज्ञान, रसना तो झूठ बोलता, कपट ही कपट करी जाता है। कि ऐसा पुरख प्रवान हो जाएगा? ऐसा पुरख दूजे पाए जाए जग प्रबोधे। प्रबोधन फिर एक अवस्था है जिथे मन नूं कंट्रोल करना पैंदा। सो पंडित जो मन प्रबोधे, राम नाम आत्म में सोधे। अकाल पुरख का नाम मन दे विच सोधन की अवस्था, मन नूं प्रबोधना, कंट्रोल की अवस्था, जिथे मनुख संयम दे विच आ जांदा है। उत्थे उसनूं विख माया की समझ लगती है, नहीं समझ लगती तो वह मनमुख है। इत कमाणे सदा दुख पावे, जम्मे फिर आवे जाए। ये मनमुख की अवस्था है। सहसा मूल न चूके, विच विस्टा पचे पचाए। जिसनों कृपा करे मेरे स्वामी, तिस गुर की सिख सुनाए। हर नाम ते आवे, हर नामों गावे, हर नामों अंत छुड़ाए। बड़ी स्पष्ट गल, बड़ी सीधी जी गल है। आत्मा दे राही प्रभु की सिमरना। मन दे पिछे तुरन वाला मनमुख है, जिसनों सतगुर कहते हैं अवस्था उसकी अज्ञान है। अंदरों होर है, बाहरों होर है। इस तरह दीयां अवस्थावां दे विच ठगियां करदा फिरदा है कि अकाल पुरख प्रसन्न होवेगा। कोई ऐसा ख्याल उसके मन विच नहीं। माया दे मोह दे विच लिपत है। उपदेश उसनूं गुरु का चंगा नहीं लगता। अपनी हर करतूत पिछे दुख भोगदा है, जमदा है, मरदा है, मुड़ जमदा है, मुड़ मरदा है। ऐसी अवस्था दे विच की उसनूं प्रभु मिलेगा? सतगुर कहते हैं हाँ मिल सकता है। कदों? हर नाम ते आवे, हर नामों गावे, हर नामों अंत छुड़ाए। मिल सकता है क्योंकि सतगुर निराश नहीं होने दे रहे। अजे भी कुछ नहीं बिगड़िया। पौड़ी जिन्हां हुक्म मनायो न ते पूरे संसार, साहिब सेवन अपना पूरे शब्द विचार। हर की सेवा चाकरी, सच्चे शब्द प्यार। हर का महल तिनि पाया, जिन होमें विचों मार। नानक गुरमुख मिल रहे, जप हर नामा उरदार। आखिरी मुबारक पंक्तियां ने। सतगुर कहते हैं मनुख जगत दे विच पूरे परवान ने। शब्द नाल जिन्हां ने चित जोड़े, परमात्मा अकाल पुरख की बंदगी कर रहे ने। शब्द नाल प्यार का मतलब भी इहो ही है कि शब्द जो कहता है उसनूं मन लैंदे ने। सतगुर कहते गुरु के सन्मुख रहने वाले बंदे अकाल पुरख का नाम हिरदे दे विच परो लैंदे ने। नाम जप के ही वो परमात्मा दे नाल जुड़े रहंदे ने। बहुत बहुत धन्यवाद आप जी का, बहुत बहुत शुक्राना। अज के हुक्मनामा साहब जी की विचार वार्ता करते हुए आप जी के दास पासों अनेक ही प्रकार दी जो भुलां चुकां गुस्ताखियां हो गई ने, उसके लिए आप जी का दास दोवें हाथ जोड़ के आप तो खिमा मंगता है। अज के इतिहासिक दिहाड़ियां के मुताबिक अज अगस्त महीने की 24 तरीक है, साल 2011 है। 1820 वाले दिन सरदार हरी सिंह जी नलूआ हुणी कश्मीर पुजे सन। उन्होंने कश्मीर का अज के दिन नाजिम यानी कि
ਗਵਰਨਰ ਅਪਾਇੰਟ ਕੀਤਾ ਗਿਆ ਸੀ, ਗਵਰਨਰ ਬਣਾਇਆ ਗਿਆ ਸੀ। ਆਪ ਜੀ ਨੇ ਗਵਰਨਰਸ਼ਿਪ ਯਾਨੀ ਕਿ ਗਵਰਨਰ ਦੀ ਪੋਜੀਸ਼ਨ 2 ਵਰ੍ਹੇ ਤੋਂ ਵੀ ਘੱਟ ਸਮੇਂ ਤੱਕ ਸੰਭਾਲੀ ਰੱਖੀ, ਲੇਕਿਨ ਬਾਅਦ ਦੇ ਵਿੱਚ ਆਪ ਜੀ ਨੇ ਅਸਤੀਫਾ ਦੇ ਦਿੱਤਾ ਸੀ। ਸਰਦਾਰ ਹਰੀ ਸਿੰਘ ਜੀ ਨਲੂਆ ਆਪ ਜੀ ਜ਼ਿਲ੍ਹਾ ਗੁਜਰਾਂਵਾਲਾ ਦੇ ਵਸਨੀਕ ਸਨ। ਸਰਦਾਰ ਗੁਰਦਿਆਲ ਸਿੰਘ ਜੀ ਉੱਪਲ ਜਿਹੜੇ ਸਨ, ਆਪ ਉਹਨਾਂ ਦੇ ਬੇਟੇ ਸੋ। ਮਾਤਾ ਧਰਮ ਕੌਰ ਜੀ ਦੀ ਉਦਰ ਤੋਂ ਆਪ ਜੀ ਨੇ ਸੰਮਤ 1848 ਨੂੰ ਜਨਮ ਧਾਰਿਆ ਸੀ। ਆਪ ਬਹੁਤ ਹੀ ਧਰਮਵੀਰ ਯੋਧੇ ਸੋ ਔਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਆਪ ਨਾਮੀ ਜਰਨੈਲਾਂ ਦੇ ਵਿੱਚੋਂ ਇੱਕ ਸੋ। ਸਰਹੱਦੀ ਪਠਾਣਾਂ ਦੇ ਵਿੱਚ ਆਪ ਜੀ ਦੇ ਨਾਂ ਦਾ ਅੱਜ ਵੀ ਪੈ ਬਣਿਆ ਹੋਇਆ ਹੈ। ਅੱਜ ਵੀ ਸਰਹੱਦੀ ਪਠਾਣਾਂ ਦੀਆਂ ਪਠਾਣੀਆਂ ਆਪਣੇ ਬੱਚਿਆਂ ਨੂੰ ਜਦੋਂ ਸਵਾਉਂਦੀਆਂ ਨੇ ਤਾਂ ਪਸ਼ਤੋ ਭਾਸ਼ਾ ਦੇ ਵਿੱਚ ਕਹਿੰਦੀਆਂ ਨੇ, ਚੁੱਪ ਸ਼ਾ ਹਰੀਆ ਰਾਗਲੇ। ਇਹਦਾ ਮਤਲਬ ਚੁੱਪ ਹੋ ਜਾ ਹਰੀਆ ਆ ਜਾਏਗਾ, ਹਰੀਆ ਆ ਗਿਆ ਹੈ, ਯਾਨੀ ਕਿ ਹਰੀ ਸਿੰਘ ਨਲੂਆ ਆ ਗਿਆ। ਆਪਣੇ ਬੱਚਿਆਂ ਨੂੰ ਪਠਾਣੀਆਂ ਚੁੱਪ ਕਰਾਇਆ ਕਰਦੀਆਂ ਸਨ ਹਰੀ ਸਿੰਘ ਜੀ ਨਲੂਆ ਉਹਨਾਂ ਦਾ ਨਾਮ ਲੈ ਕੇ। ਔਰ ਅੱਜ ਵੀ ਸਰਹੱਦੀ ਪਠਾਣਾਂ ਦੇ ਵਿੱਚ ਇੱਕ ਕਹਾਵਤ ਮਸ਼ਹੂਰ ਹੈ, ਜੇ ਕੋਈ ਕਹੇ ਕਿ ਮੈਂ ਬਹੁਤ ਬਹਾਦਰੀ ਦਾ ਕੰਮ ਕਰਕੇ ਆਇਆ ਅਤੇ ਉਹ ਕਹਿੰਦੇ ਨੇ ਕਿ ਕਿਹੜਾ ਕੋਈ ਸਿੱਖ ਦਾ ਸਿਰ ਵੱਢ ਲਿਆ ਜਿਹੜਾ ਬਹਾਦਰੀ ਦਾ ਕੰਮ ਕਰ ਲਿਆ। ਭਾਵ ਸਿੱਖ ਦਾ ਸਿਰ ਵੱਢਣਾ ਬਹੁਤ ਬਹਾਦਰੀ ਦਾ ਕੰਮ ਸੀ। ਸਿੱਖ ਰਾਜ ਵਾਸਤੇ ਸਰਦਾਰ ਹਰੀ ਸਿੰਘ ਜੀ ਨਲੂਆ ਉਹਨਾਂ ਨੇ ਅਨੇਕਾਂ ਹੀ ਲੜਾਈਆਂ ਲੜੀਆਂ ਔਰ ਫਤਿਹ ਕੀਤੀਆਂ। ਆਪ ਸਰਹੱਦੀ ਜਮਰੋਦ ਦੇ ਕਿਲੇ ਦੇ ਪਾਸ ਪਠਾਣਾਂ ਦੇ ਨਾਲ ਘੋਰ ਯੁੱਧ ਦੇ ਵਿੱਚ ਵੱਡੀ ਵੀਰਤਾ ਦੇ ਨਾਲ 19 ਵੈਸਾਖ ਸੰਮਤ 1894 ਨੂੰ ਸ਼ਹਾਦਤ ਪਾ ਗਏ। ਆਪ ਜੀ ਨੂੰ ਪੰਥ ਰਤਨ ਦਾ ਖਿਤਾਬ ਦਿੱਤਾ ਗਿਆ ਔਰ ਆਪ ਜੀ ਦੀ ਜਿਹੜੀ ਯਾਦ ਹੈ ਉਹ ਜਮਰੋਦ ਦੇ ਕਿਲੇ ਦੇ ਵਿੱਚ ਅੱਜ ਵੀ ਵਿਦਮਾਨ ਹੈ। ਤੋ ਧਰਮਵੀਰ ਯੋਧੇ ਜਰਨੈਲ ਹਰੀ ਸਿੰਘ ਜੀ ਨਲੂਆ ਹੋਣਾ ਨੇ ਅੱਜ ਦੇ ਦਿਨ ਕਸ਼ਮੀਰ ਦੀ ਗਵਰਨਰੀ ਸੰਭਾਲੀ ਸੀ। ਅੱਜ ਦੇ ਦਿਨ ਭਾਵ 24 ਅਗਸਤ 1932 ਵਾਲੇ ਦਿਨ ਸਿੱਖਾਂ ਵੱਲੋਂ ਕਮਿਊਨਲ ਅਵਾਰਡ ਰਿਜੈਕਟ ਕਰ ਦਿੱਤਾ ਗਿਆ ਸੀ। ਮੈਂ ਪਿਛਲੇ ਦਿਨ ਵੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਕਿਸੇ ਵਕਤ ਸਮਾਂ ਮਿਲਿਆ ਤਾਂ ਮੈਂ ਆਪ ਜੀ ਨੂੰ ਇਸ ਕਮਿਊਨਲ ਅਵਾਰਡ ਬਾਰੇ ਜ਼ਰੂਰ ਦੱਸਾਂਗਾ, ਕਿਉਂਕਿ ਇੱਥੇ ਵੀ ਸਿੱਖਾਂ ਦੇ ਨਾਲ ਬਹੁਤ ਭਾਰੀ ਵਿਸਾਹਘਾਤ ਹੋਇਆ ਹੈ ਔਰ ਇਸ ਦਾ ਜ਼ਿਕਰ ਯਾਨੀ ਕਿ ਭਰਪੂਰ ਜ਼ਿਕਰ ਸਰਦਾਰ ਸਤਿਕਾਰਯੋਗ ਕਪੂਰ ਸਿੰਘ ਸਾਹਿਬ ਜੀ ਨੇ ਕਾਫੀ ਕੀਤਾ ਹੈ ਆਪਣੀ ਪੁਸਤਕ ਸਾਚੀ ਸਾਖੀ ਦੇ ਵਿੱਚ। ਤੋ ਕਦੀ ਖੁੱਲ੍ਹਾ ਸਮਾਂ ਬਣਿਆ ਹੈ ਤਾਂ ਮੈਂ ਆਪ ਜੀ ਨੂੰ ਜ਼ਰੂਰ ਇਸ ਕਮਿਊਨਲ ਅਵਾਰਡ ਬਾਰੇ ਵੀ ਥੋੜ੍ਹੀਆਂ ਜਿਹੀ ਗੱਲਾਂ ਆਪ ਜੀ ਨਾਲ ਜ਼ਰੂਰ ਕਰਾਂਗਾ। ਅੱਜ ਦੇ ਦਿਨ ਭਾਵ 24 ਅਗਸਤ 1809 ਵਾਲੇ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਕਾਂਗੜਾ ਉੱਪਰ ਆਪਣੀਆਂ ਫੌਜਾਂ ਦੇ ਨਾਲ ਹਮਲਾ ਕੀਤਾ ਸੀ। ਆਪ ਉਸ ਵਕਤ ਫੌਜਾਂ ਦੀ ਕਮਾਲ ਸੰਭਾਲ ਰਹੇ ਸੋ। ਆਪ ਜੀ ਦੇ ਮੁਕਾਬਲੇ ਉੱਪਰ ਕਾਂਗੜੇ ਦਾ ਉਸ ਵਕਤ ਦਾ ਰਾਜਾ ਸੰਸਾਰ ਚੰਦ ਕਟੋਚ ਆਪਣੀ ਫੌਜਾਂ ਲੈ ਕੇ ਆਪ ਜੀ ਦੇ ਮੁਕਾਬਲੇ ਉੱਪਰ ਆਣ ਖੜਿਆ ਸੀ, ਲੇਕਿਨ ਗੁਰਕਾ ਸਿੱਖ ਜਿਸ ਵਕਤ ਅਰਦਾਸ ਕਰਕੇ ਚੱਲਦਾ ਹੈ ਤਾਂ ਉਸ ਅਰਦਾਸ ਦੇ ਵਿੱਚ ਨਿਸ਼ਚੈ ਕਰ ਆਪਣੀ ਜੀਤ ਕਰਨ ਦੀ ਭਾਵਨਾ ਹੁੰਦੀ ਹੈ। ਜਿੱਤ ਨਿਸ਼ਚਿਤ ਸੀ, ਸਿੱਖਾਂ ਦੀ ਜਿੱਤ ਹੋਈ ਔਰ ਸੰਸਾਰ ਚੰਦ ਕਟੋਚ ਨੇ ਬੁਰੀ ਤਰ੍ਹਾਂ ਦੇ ਨਾਲ ਆਪਣੀ ਫੌਜ ਦੀ ਜੋ ਹਾਰ ਸੀ ਉਸ ਨੂੰ ਕਬੂਲ ਕਰਦਿਆਂ ਹੋਇਆਂ ਆਖਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀਆਂ ਫੌਜਾਂ ਦੇ ਅੱਗੇ ਆਪਣੇ ਹਥਿਆਰ ਸੁੱਟ ਦਿੱਤੇ ਸਨ ਔਰ ਇਸ ਨਗਰ ਕਾਂਗੜੇ ਦੇ ਵਿੱਚ ਇੱਕ ਬਹੁਤ ਵੱਡਾ ਕਿਲ੍ਹਾ ਸੀ। ਸੰਸਾਰ ਚੰਦ ਨੇ ਉਸ ਕਿਲ੍ਹੇ ਨੂੰ ਸਰੈਂਡਰ ਕਰ ਦਿੱਤਾ ਸੀ। ਤਾਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਅੱਜ ਦੇ ਦਿਨ ਯਾਨੀ ਕਿ 24 ਅਗਸਤ 1809 ਵਾਲੇ ਦਿਨ ਇਸ ਕਿਲ੍ਹੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਕਬਜ਼ਾ ਹੋ ਗਿਆ ਸੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਕੇਸਰੀ ਨਿਸ਼ਾਨ ਫਹਿਰਾ ਦਿੱਤਾ ਸੀ। ਅੱਜ ਦੇ ਦਿਨ ਯਾਨੀ ਕਿ 24 ਅਗਸਤ 1920 ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਵਕਤ ਦੇ ਜਥੇਦਾਰ ਅਰੂੜ ਸਿੰਘ ਜਿਹੜੇ ਕਿ ਬਹੁਤ ਕੁਤਾਹੀਆਂ ਕਰ ਰਹੇ ਸਨ, ਜਿਨ੍ਹਾਂ ਪਾਸੋਂ ਸਿੱਖ ਸੰਗਤਾਂ ਕਾਫੀ ਪਰੇਸ਼ਾਨ ਸਨ। ਅਕਤੂਬਰ 1920 ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਖੁੱਲ੍ਹ ਕੇ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਿਹੜੇ ਉਸ ਵਕਤ ਦੇ ਪੁਜਾਰੀ ਕਿਸਮ ਦੇ ਵਿਅਕਤੀ ਨੇ ਉਹ ਪਛੜੀਆਂ ਜਾਤੀਆਂ ਅਤੇ ਅਨੁਸੂਚਿਤ ਜਾਤੀਆਂ ਦੇ ਸਿੱਖਾਂ ਦਾ ਪ੍ਰਸ਼ਾਦ ਨਹੀਂ ਸਨ ਕਬੂਲ ਕਰ ਰਹੇ। ਗੁਰਸਾਹਿਬਾਂ ਦਾ ਜਿਹੜਾ ਮਾਨਸ ਕੀ ਜਾਤ ਸਬੈ ਕੇ ਪਹਿਚਾਨ ਬੋਦਾ ਏਡਾ ਵੱਡਾ ਅਸੂਲ ਸੀ, ਉਸ ਦੀ ਸਰੇਆਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਉਲੰਘਣਾ ਹੋ ਰਹੀ ਸੀ। ਇਸ ਤਰ੍ਹਾਂ ਦੀਆਂ ਹੋਰ ਕਈ ਘੋਰ ਉਲੰਘਣਾ ਉਸ ਵਕਤ ਕੀਤੀਆਂ ਜਾ ਰਹੀਆਂ ਸਨ।
1920 ਦੇ ਵਿੱਚ ਸਰਕਾਰ ਅਤੇ ਇਹਨਾਂ ਮਹੰਤਾਂ ਦੇ ਵਿਚਾਲੇ ਜਿਹੜੇ ਉਸ ਵਕਤ ਕਾਬਜ਼ ਹੋ ਚੁੱਕੇ ਸਨ, ਇੱਕ ਮੁਕਾਬਲਾ ਸੀ ਜੋ ਕਿ ਕੁਝ ਸੰਜੀਦਾ ਸਿੱਖ ਆਗੂਆਂ ਵੱਲੋਂ ਜੋ ਪ੍ਰਚਾਰ ਲਹਿਰ ਚਲਾਈ ਗਈ ਸੀ, ਉਸ ਦੇ ਮੁਤਾਬਕ ਉਸ ਵਕਤ ਸਿੱਖ ਸੁਧਾਰ ਲਹਿਰ ਵੀ ਚੱਲੀ ਸੀ। ਧਾਰਮਿਕ ਸਿਆਸੀ ਹਾਲਾਤਾਂ ਬਾਰੇ ਲਗਾਤਾਰ ਵਿਚਾਰਾਂ ਹੋਈਆਂ ਸਨ ਔਰ 21 ਮਈ 1920 ਵਾਲੇ ਦਿਨ ਮਾਸਟਰ ਸੁੰਦਰ ਸਿੰਘ ਜੀ, ਸਰਦਾਰ ਹਰਚੰਦ ਸਿੰਘ ਜੀ, ਸਰਦਾਰ ਸਰਦੂਲ ਸਿੰਘ ਕਵੀਸ਼ਰ, ਗਿਆਨੀ ਹੀਰਾ ਸਿੰਘ ਜੀ ਦਰਦ ਆਦਿ ਨੇ ਰੋਜ਼ਾਨਾ ਅਕਾਲੀ ਨਾਮ ਦਾ ਇੱਕ ਪਰਚਾ ਵੀ ਕੱਢਿਆ ਸੀ ਤਾਂ ਕਿ ਇਸ ਅਖਬਾਰ ਦੇ ਵਿੱਚ ਔਰ ਇਸ ਅਖਬਾਰ ਦੇ ਸੰਚਾਲਕਾਂ ਅਤੇ ਪਾਠਕਾਂ ਨੂੰ ਅਕਾਲੀ ਕਿਹਾ ਜਾਣ ਲੱਗ ਪਿਆ ਸੀ। ਅਰੂੜ ਸਿੰਘ ਇਸ ਵਕਤ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਆਪਣੇ ਆਪ ਨੂੰ ਕਹਿੰਦੇ ਸਨ ਕਿ ਸੇਵਾ ਨਿਭਾ ਰਹੇ ਹਾਂ, ਪਰ ਉਸ ਵਕਤ ਜਿਹੜੀ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਵਕਤ ਗੁਰਦੁਆਰਾ ਸੇਵਕ ਕਮੇਟੀ ਹੋਇਆ ਕਰਦੀ ਸੀ। ਤਾਂ ਗੁਰਦੁਆਰਾ ਸੇਵਕ ਕਮੇਟੀ ਜਥੇਦਾਰ ਅਰੂੜ ਸਿੰਘ ਦੀ ਜਥੇਦਾਰੀ ਨੂੰ ਪਸੰਦ ਨਹੀਂ ਸੀ ਕਰਦੀ ਅਤੇ ਆਪਣੀ ਇੱਛਾ ਦੇ ਲਈ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਵੱਖ-ਵੱਖ ਥਾਵਾਂ ਪਰ ਵੱਖ-ਵੱਖ ਦੀਵਾਨ ਸਜਾਏ ਗਏ। ਸਰਕਾਰ ਨਹੀਂ ਸੀ ਚਾਹੁੰਦੀ ਕਿ ਸਿੱਖ ਕਿਤੇ ਵੀ ਆਪਣੇ ਦੀਵਾਨ ਸਜਾਣ ਔਰ ਅਰੂੜ ਸਿੰਘ ਸਰਕਾਰ ਦੇ ਨਾਲ ਉਸ ਵਕਤ ਮਿਲੇ ਹੋਏ ਸਨ। ਸਰਕਾਰ ਨੂੰ ਜਗ੍ਹਾ ਜਗ੍ਹਾ ਉੱਪਰ ਮੰਗ ਪੱਤਰ ਵੀ ਦਿੱਤੇ ਗਏ। ਗੋਰਿਆਂ ਦਾ ਰਾਜ ਸੀ ਔਰ ਆਖਰ ਇਹ ਫੈਸਲਾ ਹੋਇਆ ਕਿ ਕਿਸੇ ਤਰੀਕੇ ਦੇ ਨਾਲ ਅਰੂੜ ਸਿੰਘ ਨੂੰ ਸਭ ਤੋਂ ਪਹਿਲਾਂ ਕੱਢਿਆ ਜਾਵੇ। ਅਰੂੜ ਸਿੰਘ ਨੂੰ ਕਿਹਾ ਗਿਆ ਕਿ ਤੂੰ ਆਪਣੇ ਆਪ ਸ੍ਰੀ ਅਕਾਲ ਤਖਤ ਸਾਹਿਬ ਛੱਡ ਕੇ ਚਲਿਆ ਜਾ, ਕਿਉਂਕਿ ਇਹ ਗੱਲ ਮੈਂ ਇਸ ਕਰਕੇ ਆਪ ਜੀ ਦੇ ਨਾਲ ਸਾਂਝੀ ਕਰ ਰਹੀ ਹਾਂ ਜਿਸ ਵਕਤ ਜਨਤਾ ਦੀ ਲਹਿਰ ਚੱਲਦੀ ਹੈ ਔਰ ਹੋਣਾ ਇਹੋ ਹੀ ਹੈ ਕਿਸੇ ਵਕਤ ਕਿ ਅੱਜ ਦੇ ਵੀ ਜਿਹੜੇ ਅਜੋਕੇ ਸਰਬਰਾਹ ਨੇ ਜਾਂ ਜਥੇਦਾਰ ਨੇ ਜਾਂ ਜੋ ਵੀ ਕਹਿ ਲਓ ਉੱਥੇ ਬੈਠੇ ਹੋਏ ਨੇ, ਉਹ ਵੀ ਹੁਣ ਆਪਣੀਆਂ ਮਨਮਾਨੀਆਂ ਹੀ ਕਰ ਰਹੇ ਨੇ। ਲੇਕਿਨ ਹੋਣਾ ਇਹੋ ਹੀ ਹੈ ਕਿ ਫਿਰ ਜਦੋਂ ਸੰਗਤ ਨੇ ਉੱਠ ਖੜਨਾ ਹੈ ਉਸ ਵਕਤ ਫਿਰ ਭੱਜਣਾ ਪੈ ਜਾਣੀ ਹੈ। ਤੋ ਅਰੂੜ ਸਿੰਘ ਨੂੰ ਇਹ ਕਿਹਾ ਗਿਆ ਕਿ ਅਗਰ ਤੂੰ ਆਪਣੇ ਆਪ ਨਹੀਂ ਛੱਡ ਕੇ ਜਾਂਦਾ ਤਾਂ ਤੇਰੀ ਅਰਥੀ ਫੂਕੀ ਜਾਏਗੀ। ਅਰੂੜ ਸਿੰਘ ਇਸ ਗੱਲ ਤੋਂ ਡਰ ਗਿਆ। ਜਗ੍ਹਾ ਜਗ੍ਹਾ ਤੇਰੇ ਖਿਲਾਫ ਮੁਜ਼ਾਹਰੇ ਹੋਣਗੇ, ਤੇਰੀਆਂ ਅਰਥੀਆਂ ਫੂਕੀਆਂ ਜਾਣਗੀਆਂ। ਅਰੂੜ ਸਿੰਘ ਨੇ 2 ਮਹੀਨੇ ਦੀ ਛੁੱਟੀ ਲੈ ਲਈ ਔਰ ਸਿੱਖ ਸੰਗਤਾਂ ਨੂੰ ਕਿਹਾ ਕਿ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਕੀਤੀ ਹੈ, ਤਨੋਂ ਕੀਤੀ ਹੈ, ਮਨੋਂ ਕੀਤੀ ਹੈ, ਸਤਿਗੁਰੂ ਹੀ ਜਾਣਦੇ ਨੇ, ਪਰ ਸੇਵਾ ਮੈਂ ਕੀਤੀ ਹੈ ਔਰ ਜਿਹੜੀ ਮੇਰੀ ਸੇਵਾ ਹੈ ਉਸ ਦਾ ਮੈਂ ਵਾਸਤਾ ਪਾਉਣਾ ਤੁਹਾਨੂੰ ਔਰ ਉਸ ਵਾਸਤੇ ਦੇ ਨਾਲ ਮੈਂ ਤੁਹਾਨੂੰ ਇਹ ਕਹਿਣਾ ਕਿ ਮੈਨੂੰ ਇੱਕ ਮੌਕਾ ਮਾਫੀ ਦਾ ਦਿੱਤਾ ਜਾਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰੱਛਿਆ ਰਹਿ, ਤੇ ਜੇ ਕੋਈ ਮਾਫੀ ਮੰਗਣਾ ਚਾਹੁੰਦਾ ਹੈ ਤਾਂ ਉਸ ਨੂੰ ਮਾਫੀ ਮੰਗਣ ਦਾ ਜ਼ਰੂਰ ਪੂਰਾ ਹੱਕ ਹੈ। ਸੰਗਤਾਂ ਨੇ ਇਹ ਮਤਾ ਪਾਸ ਕਰ ਦਿੱਤਾ ਕਿ ਤੇਰੀ ਅਰਥੀ ਤਾਂ ਨਹੀਂ ਫੂਕੀ ਜਾਏਗੀ, ਪਰ ਤੇਰੇ ਪਾਸੋਂ 18 ਸਾਲਾਂ ਦਾ ਉਹ ਹਿਸਾਬ ਜ਼ਰੂਰ ਲਿਆ ਜਾਏਗਾ ਜਿਸ ਦੇ ਵਿੱਚ ਤੂੰ ਮਨਮਾਨੀਆਂ ਕੀਤੀਆਂ ਨੇ। ਤੋ ਇਸ ਗੱਲ ਤੋਂ ਡਰਦੇ ਹੋਇਆਂ ਅੱਜ ਉਸ ਨੇ ਯਾਨੀ ਕਿ ਅੱਜ ਦੇ ਦਿਨ ਉਸ ਨੇ ਮਾਫੀ ਮੰਗੀ ਸੀ। ਉਸ ਵਕਤ ਦੀ ਚੱਲੀ ਹੋਈ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ, ਜਿਹਦਾ ਕਿ ਮੈਂ ਹੁਣੇ ਹੀ ਜ਼ਿਕਰ ਕਰਕੇ ਹਟਿਆ ਹਾਂ, ਉਸ ਵਕਤ ਸਰਦਾਰ ਸੇਵਾ ਸਿੰਘ ਜੀ ਠੀਕਰੀ ਵਾਲੇ, ਜਿਨ੍ਹਾਂ ਦੀ ਸੇਵਾ ਉਸ ਵਕਤ ਕੌਮ ਵੱਲੋਂ ਸਵੀਕਾਰ ਕੀਤੀ ਗਈ ਸੀ, ਅੱਜ ਦੇ ਦਿਨ ਭਾਵ 24 ਅਗਸਤ 1933 ਵਾਲੇ ਦਿਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਬਹੁਤ ਸਾਰੀ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਗੁਰਦੁਆਰਾ ਐਕਟ ਜਿਸ ਵਕਤ ਬਣਿਆ ਸੀ ਤਾਂ ਉਸ ਦੇ ਵਿੱਚ ਵੀ, ਕਿਉਂਕਿ ਜ਼ਾਹਿਰ ਤੌਰ ਉੱਪਰ ਸਰਕਾਰ ਗੁਰਦੁਆਰਾ ਐਕਟ ਵੀ ਆਪਣੀ ਮਰਜ਼ੀ ਦੇ ਮੁਤਾਬਕ ਹੀ ਬਣਾਉਣਾ ਚਾਹੁੰਦੀ ਸੀ, ਲੇਕਿਨ ਕੁਝ ਗੁਰਕੇ ਸਿੱਖ ਚਾਹੁੰਦੇ ਸਨ ਕਿ ਨਹੀਂ, ਗੁਰਦੁਆਰਾ ਐਕਟ ਸਿੱਖਾਂ ਦੀ ਮਰਜ਼ੀ ਮੁਤਾਬਕ ਹੋਵੇ। ਤੋ ਉਸ ਮੱਦੇਨਜ਼ਰ ਜਿਹੜੇ ਸੇਵਾ ਸਿੰਘ ਠੀਕਰੀ ਵਾਲੇ ਸਨ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਸੀ ਅਤੇ ਜੇਲ੍ਹ ਦੇ ਵਿੱਚ ਹੀ ਉਹਨਾਂ ਨੇ ਭੁੱਖ ਹੜਤਾਲ ਵੀ ਕੀਤੀ ਸੀ। ਅੱਜ ਦੇ ਦਿਨ ਭਾਵ 24 ਅਗਸਤ 1984 ਵਾਲੇ ਦਿਨ, ਕਿਉਂਕਿ ਜੂਨ 1984 ਦੇ ਵਿੱਚ ਉਸ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ ਉੱਪਰ ਭਾਰਤ ਦੀਆਂ ਫੌਜਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਔਰ ਸ੍ਰੀ ਦਰਬਾਰ ਸਾਹਿਬ ਵਿਖੇ ਫੌਜਾਂ ਭੇਜੀਆਂ ਸਨ, ਜਿਸ ਦਾ ਕਿ ਸਿੱਖ ਸੰਗਤਾਂ ਦੇ ਵਿੱਚ ਖਾਸਾ ਰੋਸ ਸੀ। ਇਸ ਰੋਸ ਨੂੰ ਜਿਤਾਉਣ ਦੇ ਲਈ ਅੱਜ ਦੇ ਦਿਨ 24 ਅਗਸਤ 1984 ਵਾਲੇ ਦਿਨ ਭਾਰਤੀ ਇੰਡੀਅਨ ਏਅਰਲਾਈਨ ਦਾ ਇੱਕ ਜਹਾਜ਼
ਕੁਝ ਗੁਰਸਿੱਖਾਂ ਵੱਲੋਂ ਅਗਵਾਹ ਕਰ ਲਿਆ ਗਿਆ ਸੀ। ਇਹਨਾਂ ਦੇ ਵਿੱਚ ਤਜਿੰਦਰ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਮਾਨ ਸਿੰਘ, ਦਵਿੰਦਰ ਸਿੰਘ, ਅਮਰਿੰਦਰ ਸਿੰਘ ਅਤੇ ਕਮਲਜੀਤ ਸਿੰਘ ਸੰਧੂ ਸ਼ਾਮਲ ਸਨ। ਇਹ ਪਹਿਲਾਂ ਜਹਾਜ਼ ਉਡਾ ਕੇ ਲਾਹੌਰ ਲੈ ਗਏ ਸਨ ਅਤੇ ਲਾਹੌਰ ਤੋਂ ਫਿਰ ਕਰਾਚੀ, ਜਿੱਥੇ ਜਹਾਜ਼ ਨੂੰ ਰੀਫਿਲ ਕੀਤਾ ਗਿਆ ਸੀ, ਅਤੇ ਉਸ ਤੋਂ ਬਾਅਦ ਇਸ ਜਹਾਜ਼ ਨੂੰ ਦੁਬਈ ਲਿਜਾਂਦਾ ਗਿਆ ਸੀ। ਲੇਕਿਨ ਦੁਬਈ ਚੱਕਰ ਕੱਟਦਿਆਂ ਕੱਟਦਿਆਂ ਇਸ ਦਾ ਪੈਟਰੋਲ ਬਿਲਕੁਲ ਹੀ ਮੁੱਕਣ ਲੱਗਾ ਸੀ। ਦੁਬਈ ਏਅਰਪੋਰਟ ਦੇ ਉੱਤੇ ਇਸ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਨਹੀਂ ਸੀ ਮਿਲ ਰਹੀ। ਵਾਪਸ ਕਰਾਚੀ ਪਰਤ ਆਉਣਾ ਮੁਸ਼ਕਲ ਸੀ, ਕਿਉਂਕਿ ਜਹਾਜ਼ ਦੇ ਵਿੱਚ ਪੈਟਰੋਲ ਬਿਲਕੁਲ ਹੀ ਮੁੱਕਣ ਦੇ ਕਿਨਾਰੇ ਸੀ। ਔਰ ਦੁਬਈ ਏਅਰਪੋਰਟ ਅਥਾਰਟੀ ਵਾਲਿਆਂ ਨੇ ਏਅਰਪੋਰਟ ਦੀ ਪੱਟੀ ਉੱਪਰ, ਜਿਹਨੂੰ ਰਨਵੇ ਕਹਿੰਦੇ ਹੈ, ਉਹਦੇ ਉੱਤੇ ਕੁਝ ਵੱਡੀਆਂ ਵੱਡੀਆਂ ਲਾਰੀਆਂ, ਗੱਡੀਆਂ ਜਿਨ੍ਹਾਂ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਸਨ, ਉਹ ਖੜ੍ਹੀਆਂ ਕਰ ਦਿੱਤੀਆਂ ਔਰ ਏਅਰਪੋਰਟ ਦੀਆਂ ਲਾਈਟਾਂ ਆਫ ਕਰ ਦਿੱਤੀਆਂ ਗਈਆਂ। ਆਖਿਰ ਇਹ ਫੈਸਲਾ ਹੋਇਆ ਕਿ ਸਮੁੰਦਰ ਦੇ ਕਿਨਾਰੇ ਇਸ ਜਹਾਜ਼ ਨੂੰ ਉਤਾਰਿਆ ਜਾਵੇ। ਲੇਕਿਨ ਇੱਕ ਆਖਰੀ ਬੇਨਤੀ ਕੀਤੀ ਗਈ ਦੁਬਈ ਏਅਰਪੋਰਟ ਵਾਲਿਆਂ ਨੂੰ ਕਿ ਸਵਾਰੀਆਂ ਦਾ ਜਿਹੜਾ ਹੈ ਉਹ ਘੱਟੋ ਘੱਟ ਸਤਿਕਾਰ ਕੀਤਾ ਜਾਵੇ, ਨਹੀਂ ਤਾਂ ਜਹਾਜ਼ ਮਜਬੂਰਨ ਸਮੁੰਦਰੀ ਕਿਨਾਰੇ ਉੱਪਰ ਉਤਾਰਨਾ ਪਵੇਗਾ ਔਰ ਹੋ ਸਕਦਾ ਹੈ ਕਿ ਉਤਰਦੇ ਵਕਤ ਜਹਾਜ਼ ਦੇ ਟਾਇਰ ਉਸ ਦੇ ਵਿੱਚ ਧੱਸ ਜਾਣ ਔਰ ਅੱਗ ਲੱਗ ਜਾਵੇ। ਤਾਂ ਫਿਰ ਉਹਨਾਂ ਨੇ ਬੱਤੀਆਂ ਜਗਾ ਦਿੱਤੀਆਂ ਔਰ ਰਨਵੇ ਤੋਂ ਆਪਣੀਆਂ ਗੱਡੀਆਂ ਪਿੱਛੇ ਹਟਾ ਲਈਆਂ ਔਰ ਉਤਰਨ ਦੀ ਇਜਾਜ਼ਤ ਦੇ ਦਿੱਤੀ ਗਈ। ਤੋਂ ਦੁਬਈ ਵਿਖੇ ਇਹਨਾਂ ਨੌਜਵਾਨਾਂ ਨੇ ਫਿਰ ਜਹਾਜ਼ ਜਦੋਂ ਉਤਰਿਆ ਤਾਂ ਉਹਨਾਂ ਨੂੰ ਹਥਿਆਰ ਸੁੱਟਣੇ ਪਏ ਔਰ ਉਸ ਵਕਤ